ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਆਦੇਸ਼ ਗੁਰੂ ਜੀ ਆਦੇਸ਼। ਸੰਗਤ ਜੀਓ, ਮਨ ਦੀ ਇੱਕ ਪਰੇਸ਼ਾਨੀ, ਇੱਕ ਦੁਖੜਾ ਆਪ ਨਾਲ ਸਾਂਝਾ ਕਰਦੇ ਹਾਂ। ਬਾਣੀ ਕਹਿੰਦੀ ਹੈ ਕਿ ਦੁੱਖ ਗੰਢਾਂ ਦੀ ਗਠਰੀ ਖੋਲ ਆਪਣੇ ਪੂਰੇ ਸਤਿਗੁਰ ਕੋਲ। ਦੁੱਖ ਖੋਲ੍ਹਣਾ ਹੈ ਨਾ, ਸਤਿਗੁਰ ਦੀ ਹਜ਼ੂਰੀ 'ਚ ਖੋਲ। ਅਤੇ ਸੰਗਤ ਗੁਰੂ ਰੂਪੀ ਹੈ, ਭਗਵਾਨ ਸਰੂਪ ਹੈ। ਦੱਸਦੀ ਹੈ ਬਾਣੀ, ਪ੍ਰਸ਼ਾਦ ਤੇਰਾ ਗੁਰੂ ਗਾਣਾ ਸੰਗਤ ਤੁਮਰਾ ਰੂਪ। ਜੇ ਸੰਗਤ ਉਹਦਾ ਰੂਪ ਹੈ ਤਾਂ ਚਲੋ ਦੁਖੜਾ ਵੀ ਆਪਾਂ ਸੰਗਤ ਜੀ ਖੋਲਦੇ ਹਾਂ। ਸੋ ਦੁਖੜਾ ਜੇ ਆਪਣਾ ਹੋਵੇ ਤਾਂ ਫਿਰ ਤਾਂ ਆਪਾਂ ਪਰਦੇ ਪਾ ਲੈਂਦੇ ਹਾਂ, ਫਿਰ ਨਹੀਂ ਆਪਾਂ ਖੋਲਦੇ। ਕਿਉਂਕਿ ਦੁਖੜਾ ਇੱਥੇ ਸਾਡਾ ਇਕੱਲਿਆਂ ਦਾ ਨਹੀਂ ਹੈ, ਪੂਰੇ ਸਮਾਜ ਦਾ ਦੁਖੜਾ ਹੈ। ਇਸ ਕਰਕੇ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ, ਕਿਉਂਕਿ ਦੁਖੜਾ ਸਾਰੇ ਸਮਾਜ ਦਾ ਹੈ, ਪਰੇਸ਼ਾਨੀ ਸਾਰੇ ਸਮਾਜ ਦੀ ਹੈ। ਇਸ ਕਰਕੇ ਆਪਾਂ ਸਾਂਝੀ ਕਰਨ ਲੱਗੇ ਹਾਂ। ਜੇ ਆਪਣਾ ਹੁੰਦਾ ਨਾ, ਆਪਾਂ ਕਦੇ ਨਹੀਂ ਸੀ ਕਰਨਾ। ਕਿਉਂਕਿ ਜਿਹੜੇ ਆਸ਼ਕ ਹੁੰਦੇ ਆ ਨਾ, ਉਹ ਆਪਣੇ ਦੁਖੜੇ ਦੱਸਿਆ ਨਹੀਂ ਕਰਦੇ, ਸਮੇਟ ਲੈਂਦੇ ਅੰਦਰੋਂ ਅੰਦਰੀ। ਆਸ਼ਕ ਲੋਕ ਉਹ ਆਪਣੇ ਦੁਖੜੇ ਦੱਬ ਲੈਂਦੇ ਆ। ਪਰ ਇੱਥੇ ਦੁਖੜਾ ਆਪਣਾ ਨਹੀਂ, ਇੱਥੇ ਦੁਖੜਾ ਸਮਾਜ ਦਾ। ਇਸ ਕਰਕੇ ਤੁਹਾਡੇ ਨਾਲ ਸਾਂਝੇ ਕਰਨ ਲੱਗੇ ਹਾਂ। ਮੈਂ ਪਹਿਲਾਂ ਤਾਂ ਦੇਖੋ, ਪਰਮਾਤਮਾ ਨੇ ਜੀਵ ਬਣਾਏ, ਕਰਮਾਂ ਕਰਕੇ ਕੋਈ ਉੱਚਾ ਹੈ, ਕਰਮਾਂ ਕਰਕੇ ਕੋਈ ਨੀਵਾਂ ਹੈ, ਕਰਮਾਂ ਕਰਕੇ ਕੋਈ ਚੰਗਾ ਹੈ, ਕਰਮਾਂ ਕਰਕੇ ਕੋਈ ਮਾੜਾ ਹੈ, ਕਰਮਾਂ ਕਰਕੇ ਕੋਈ ਸੇਵਕ ਹੈ, ਕਰਮਾਂ ਕਰਕੇ ਕੋਈ ਭਗਤ ਹੈ, ਕਰਮਾਂ ਕਰਕੇ ਕੋਈ ਗੁਰਮੁਖ ਹੈ, ਕਰਮਾਂ ਕਰਕੇ ਕੋਈ ਮਨਮੁਖ ਹੈ। ਇਹ ਬੰਦੇ ਦੇ ਆਪਣੇ ਕਰਮ ਕਰਕੇ ਹੈ ਜੋ ਕਰਮ ਕਰਦਾ ਹੈ। ਇੱਕ ਕਰਮ ਉਹ ਹੈ, ਕਹਿੰਦੇ ਪਰਮਾਤਮਾ ਨੇ ਲਿਖਣੇ ਕੀਤੇ, ਕਿਉਂਕਿ ਇਹੋ ਜਿਹੇ ਕਰਮ ਪਰਮਾਤਮਾ ਨਹੀਂ ਲਿਖਦਾ। ਉਹ ਕਿਸੇ ਨੂੰ ਸ਼ੈਤਾਨ ਬਣਾ ਕੇ ਨਹੀਂ ਭੇਜਦਾ, ਭਗਵਾਨ ਬਣਾ ਕੇ ਭੇਜਦਾ, ਗੁਰਮੁਖ ਬਣਾ ਕੇ ਭੇਜਦਾ, ਕਿਸੇ ਨੂੰ ਮਨਮੁਖ ਨਹੀਂ ਭੇਜਦਾ। ਬੰਦਾ ਕਹਿੰਦਾ ਪਰਮਾਤਮਾ ਕਰਮ ਲਿਖੇ, ਨਹੀਂ, ਪਰਮਾਤਮਾ ਕਰਮ ਨਹੀਂ ਲਿਖਦਾ। ਕਰਮ ਤੋਂ ਬੰਦਾ ਤੂੰ ਆਪ ਲਿਖਾਉਣਾ ਹੈ ਉਹਦੇ ਕੋਲ। ਬੰਦਾ ਕਰਮ ਲਿਖਾਉਂਦਾ ਹੈ, ਉਹ ਲਿਖਦਾ ਨਹੀਂ ਹੈ। ਜਿਵੇਂ ਵਿਸ਼ਨੂੰ ਭਗਵਾਨ ਦੀ ਕਥਾ ਕਹਾਣੀ ਚੇਤੇ ਕਰ ਲਓ, ਉਹਨਾਂ ਨੇ ਕਰਮ ਲਿਖਵਾਏ ਹੈ, ਉਹਨਾਂ ਨੇ ਲਿਖੇ ਨਹੀਂ। ਉਹਨਾਂ ਨੇ ਕਰਮ ਇਹੋ ਜਿਹਾ ਕੀਤਾ, ਉਹਨਾਂ ਲਿਖਣੇ ਪਏ। ਜੇ ਇਹੋ ਜਿਹੇ ਕਰਨੇ ਕਰੋਗੇ, ਉਹ ਜਿਹੇ ਕਰਮ ਫਲ ਭੁਗਤਣੇ ਪੈਣੇ ਆ। ਚਾਹੇ ਕੋਈ ਅਵਤਾਰੀ ਪੁਰਖ ਹੋਵੇ, ਜਿਹਦਾ ਕਹਿੰਦੇ ਨਹੀਂ ਬਾਣੀ, ਆਪਣੀ ਕਰਨੀ ਗੁਰੂ ਕਰੇਗਾ, ਆਪਣੀ ਕਰਨੀ ਚੇਲਾ। ਜਿਹੋ ਜਿਹਾ ਕਰਮ ਗੁਰੂ ਨੇ ਕਰਨਾ, ਉਹ ਜਿਹਾ ਫਲ ਗੁਰੂ ਨੂੰ ਮਿਲ ਜਾਣਾ। ਜਿਹੋ ਜਿਹਾ ਕਰਮ ਚੇਲੇ ਨੇ ਕਰਨਾ, ਉਹ ਜਿਹਾ ਫਲ ਉਹਨੂੰ ਮਿਲ ਜਾਣਾ। ਸੋ ਕਰਨੀ ਇੱਥੇ ਆਪੋ ਆਪਣੀ, ਜਿਵੇਂ ਗੁਰੂ ਨਾਨਕ ਦੇਵ ਜੀ ਨੂੰ ਪਤਾ ਨਹੀਂ ਕੀ ਕੋਈ ਚਿੱਤੇ ਆਉਣਾ ਕਿ ਕਰਨੀ ਆਪੋ ਆਪਣੇ, ਕੀ ਨੇੜੇ ਕੀ ਦੂਰ, ਕਈ ਵਾਰ ਆਪ ਚੱਲ ਸਕੇ। ਕਰਨੀ ਕਰਕੇ ਹੀ ਬੰਦਾ ਪਰਮਾਤਮਾ ਦੇ ਨੇੜੇ ਹੈ, ਅਤੇ ਕਰਨੀ ਕਰਕੇ ਪਰਮਾਤਮਾ ਤੋਂ ਦੂਰ ਹੈ। ਕਰਨੀ ਆਪੋ ਆਪਣੀ ਹੈ, ਇੱਥੇ ਪਰਮਾਤਮਾ ਦਾ ਕੋਈ ਦੋਸ਼ ਨਹੀਂ ਹੈ। ਪਰਮਾਤਮਾ ਨੇ ਸਾਰੇ ਜੀਵਾਂ ਨੂੰ ਇੱਕ ਸਮਾਨ ਬਣਾ ਕੇ ਭੇਜਿਆ, ਇੱਕ ਇਨਸਾਨ ਬਣਾ ਕੇ ਭੇਜਿਆ। ਇਨਸਾਨ ਬਣਾਇਆ, ਕੇਵਲ ਇਨਸਾਨ, ਕੋਈ ਜਾਤੀ ਨਹੀਂ, ਕੋਈ ਧਰਮ ਨਹੀਂ, ਕੋਈ ਗੋਤ ਨਹੀਂ, ਕੋਈ ਮਜ਼ਹਬ ਨਹੀਂ। ਉਹਨੇ ਸਿਰਫ ਇੱਕ ਇਨਸਾਨ ਬਣਾ ਕੇ ਭੇਜਿਆ। ਤੇ ਸਭਨਾਂ ਅੰਦਰ ਵਸਦਾ ਵੀ ਆਪ ਹੀ ਹੈ, ਉਹਦੀ ਸ਼ਕਤੀ ਕੰਮ ਕਰਦੀ ਹੈ ਸਭਨਾਂ ਅੰਦਰ, ਸਭਨਾਂ ਅੰਦਰ ਕੰਮ ਕਰਦੀ ਉਹਦੀ ਸ਼ਕਤੀ, ਉਹਦਾ ਨੂਰ, ਉਹਦੀ ਜੋਤ ਸਭਨਾਂ ਜੀਆਂ ਅੰਦਰ ਹੀ ਹੈ। ਚਾਹੇ ਕੋਈ ਮਨਮੁਖ ਹੈ, ਚਾਹੇ ਕੋਈ ਗੁਰਮੁਖ ਹੈ, ਚਾਹੇ ਕੋਈ ਨਸ਼ੇੜੀ ਹੈ, ਸਾਰਿਆਂ ਅੰਦਰ ਉਹਦਾ ਨੂਰ ਹੈ, ਸਾਰਿਆਂ ਅੰਦਰ ਉਹਦੀ ਜੋਤ ਹੈ, ਉਹਦੀ ਸ਼ਕਤੀ ਕੰਮ ਕਰ ਰਹੀ ਹੈ। ਜਿਹੜਾ ਮੰਨ ਲਓ ਬਲਬ ਰੋਸ਼ਨ ਹੈ,
ਮਤਲਬ ਜਗਦਾ ਛੋਟਾ ਜਿਹਾ ਬਲਬ ਹੈ, ਛੋਟਾ ਜਿਹਾ ਬਲਬ ਹੈ, ਇਹਦੇ ਅੰਦਰ ਪਾਵਰ ਕਿੱਥੋਂ ਆ ਰਹੀ ਹੈ, ਕਰੰਟ ਕਿੱਥੋਂ ਆ ਰਿਹਾ, ਬਿਜਲੀ ਕਿੱਥੋਂ ਆ ਰਹੀ ਹੈ। ਤੁਸੀਂ ਕਹੋਗੇ ਭਾਖੜਾ ਡੈਮ ਤੋਂ ਆਉਂਦੀ ਹੈ, ਭਾਖੜਾ ਡੈਮ ਕਿੱਥੇ ਹੈ, ਬਹੁਤ ਦੂਰ ਹੈ। ਤੁਸੀਂ ਕਹੋਗੇ ਨਹੀਂ, ਟਾਂਡੇ ਤੇ ਜੋ ਬਿਜਲੀ ਘਰ ਹੈ ਨਾ, ਇਹ ਉੱਥੋਂ ਆ ਰਹੀ ਹੈ, ਮਤਲਬ ਇੱਥੇ ਲੱਗਾ ਟਾਂਡੇ ਦਾ ਬਿਜਲੀ ਘਰ ਸਾਡੇ ਕਿੰਨੀ ਦੂਰ ਹੈ। ਇੱਦਾਂ ਹੀ ਪਰਮਾਤਮਾ ਦੀ ਕਥਾ ਕਹਾਣੀ ਹੈ। ਹੁਣ ਬਿਜਲੀ ਕਹਿੰਦੇ ਆ ਰਹੀ ਹੈ ਭਾਖੜਾ ਡੈਮ ਤੋਂ, ਉੱਥੇ ਬਿਜਲੀ ਬਣਦੀ ਹੈ ਪਾਣੀ ਤੋਂ, ਤੇ ਬਿਜਲੀ ਅੱਗੇ ਤੁਰਦੀ ਹੈ। ਹੁਣ ਜਿਹੜੀ ਪਾਵਰ ਉੱਥੇ ਕੰਮ ਕਰਦੀ, ਜਿਹੜੀ ਸ਼ਕਤੀ ਉੱਥੇ ਕੰਮ ਕਰਦੀ, ਉਹੀ ਸ਼ਕਤੀ ਉਹੀ ਪਾਵਰ ਇਹ ਬਲਬ ਦੇ ਅੰਦਰ ਵੀ ਹੈ। ਨਹੀਂ ਤਾਂ ਕੋਈ ਹੱਥ ਲਾ ਕੇ ਵੇਖ ਲੈ, ਜੇ ਯਕੀਨ ਨਾ ਆਵੇ ਤਾਂ। ਜਿਹੜੀ ਸ਼ਕਤੀ ਉੱਥੇ ਕੰਮ ਕਰਦੀ ਹੈ ਨਾ, ਉਹ ਸ਼ਕਤੀ ਬਲਬ ਅੰਦਰ ਵੀ ਕੰਮ ਕਰਦੀ ਹੈ। ਹੱਥ ਲਾਓਗੇ ਝਟਕਾ ਪਏਗਾ, ਮੌਤ ਵੀ ਆ ਸਕਦੀ ਹੈ, ਅੱਗ ਵੀ ਲੱਗ ਸਕਦੀ ਹੈ, ਨੁਕਸਾਨ ਵੀ ਕਰ ਸਕਦੀ ਹੈ, ਤੇ ਭਲਾ ਤਾਂ ਕਰਦੀ ਕਰਦੀ ਹੈ, ਪ੍ਰਕਾਸ਼ ਤਾਂ ਕਰਦੀ ਕਰਦੀ ਹੈ। ਕਹਿਣ ਦੀ ਗੱਲ ਹੈ, ਅਰਥਾਤ ਇਹ ਹੈ ਕਿ ਜਿਹੜੀ ਸ਼ਕਤੀ ਉੱਥੇ ਕੰਮ ਕਰਦੀ, ਉਹ ਸ਼ਕਤੀ ਬਲਬ ਦੇ ਅੰਦਰ ਵੀ ਕੰਮ ਕਰਦੀ ਹੈ। ਤੇ ਇੱਦਾਂ ਹੀ ਉਹ ਪਰਮਾਤਮਾ ਨੂਰ, ਪਰਮਾਤਮਾ ਦੀ ਸ਼ਕਤੀ, ਪਰਮਾਤਮਾ ਜੋ ਸਾਰਿਆਂ ਜੀਆਂ ਅੰਦਰ ਹੈ, ਉਹ ਸਾਰਿਆਂ ਅੰਦਰ ਕੰਮ ਕਰਦੀ ਹੈ। ਉਹ ਸਾਰਿਆਂ 'ਚ ਵਸਿਆ ਹੋਇਆ ਹੈ, ਇਸ ਕਰੰਟ ਦੀ ਤਰ੍ਹਾਂ, ਬਿਜਲੀ ਦੀ ਤਰ੍ਹਾਂ। ਸਾਰੇ ਅੰਦਰ ਦੀ ਪਾਵਰ ਦੀ ਸ਼ਕਤੀ ਕੰਮ ਕਰਦੀ ਹੈ, ਚਾਹੇ ਕੋਈ ਮਨਮੁਖ ਹੈ ਚਾਹੇ ਗੁਰਮੁਖ ਹੈ। ਜੇ ਸਾਰੇ ਅੰਦਰ ਦੀ ਸ਼ਕਤੀ ਕੰਮ ਕਰਦੀ ਹੈ, ਫਿਰ ਵੰਡ ਵਿਤਕਰੀਆਂ ਕਿਉਂ ਆ? ਫਿਰ ਵੰਡ ਵਿਤਕਰੀਆਂ ਕਿਉਂ ਆ? ਹੁਣ ਦੇਖੋ, ਇੱਕ ਪਾਸੇ ਨਸ਼ੇ ਹੈ, ਇੱਕ ਪਾਸੇ ਇਨਸਾਨ ਹੈ। ਹੁਣ ਬੁਰਾ ਕੌਣ ਹੈ? ਜਿਹੜਾ ਨਸ਼ਾ ਗ੍ਰਹਿਣ ਕਰਦਾ, ਉਹ ਇਨਸਾਨ ਬੁਰਾ ਹੈ ਜਾਂ ਪਦਾਰਥ ਬੁਰੇ? ਤੁਸੀਂ ਸੋਚੋ, ਵਿਚਾਰ ਕਰੋ, ਉਹ ਬੰਦਾ ਬੁਰਾ ਹੈ ਜਾਂ ਨਸ਼ੇ ਬੁਰੇ ਹੈ ਜਾਂ ਅਵਗੁਣ ਬੁਰੇ ਨੇ? ਹੁਣ ਦੇਖੋ, ਇਹ ਪਦਾਰਥ ਜੋ ਨਸ਼ੀਲੇ ਪਦਾਰਥ ਹੋਏ, ਬੁਰੀਆਂ ਬਲਾਵਾਂ ਹੋਈਆਂ, ਅਵਗੁਣ ਹੋਏ, ਇਹ ਬੁਰੇ ਹੈ, ਇਹ ਪਦਾਰਥ ਬੁਰੇ ਹੈ। ਪਰ ਇਹਨਾਂ ਚੀਜ਼ਾਂ ਜਿਹੜਾ ਗ੍ਰਹਿਣ ਕਰਦਾ ਹੈ, ਉਹ ਵੀ ਇਸ ਬੁਰਾਈ ਦਾ ਪਾਤਰ ਬਣ ਜਾਂਦਾ। ਅਤੇ ਜਦੋਂ ਇਹ ਬੁਰਾਈਆਂ ਪਿੱਛੇ ਹਟ ਗਈਆਂ, ਇਹ ਸਭ ਕੁਝ ਚੰਗਾ ਹੀ ਚੰਗਾ ਹੈ, ਇਹ ਇਨਸਾਨ ਚੰਗਾ ਹੈ। ਜੇ ਗ੍ਰਹਿਣ ਕਰ ਲੈ ਤਾਂ ਇਨਸਾਨ ਮੰਦਾ ਹੈ। ਉਸ ਮੰਦੇ ਇਨਸਾਨ ਦੇ ਅੰਦਰ ਉਹ ਜੋਤ, ਉਹਦਾ ਨੂਰ, ਉਹਦਾ ਪ੍ਰਕਾਸ਼ ਕੰਮ ਕਰ ਰਿਹਾ ਹੈ, ਪਰ ਉਹਦਾ ਉਹਦੇ ਅੰਦਰ ਵਾਸਾ ਹੈ। ਇਹਨਾਂ ਫਰਕ ਕਿੱਥੇ ਹੈ? ਇਹਨਾਂ ਫਰਕ ਕਿਉਂ ਹੈ? ਜੇ ਨਸ਼ੇੜੀ ਅੰਦਰ ਵੀ ਪਰਮਾਤਮਾ ਜੋਤ ਹੈ, ਉਹਦਾ ਨੂਰ ਕੰਮ ਕਰਦਾ, ਚੱਲਦਾ ਫਿਰਦਾ, ਹੱਸਦਾ ਗਾਉਂਦਾ ਹੈ, ਉਹ ਤੇ ਪਰਮਾਤਮਾ ਦੀ ਕਿਰਪਾ ਹੀ ਹੈ ਨਾ। ਉਹ ਸਾਨੂੰ ਫਿਰ ਇਨਸਾਨ ਨਜ਼ਰ ਕਿਉਂ ਨਹੀਂ ਆਉਂਦਾ, ਬੰਦਾ ਨਜ਼ਰ ਕਿਉਂ ਨਹੀਂ ਆਉਂਦਾ, ਉਹ ਸਾਨੂੰ ਹੈਵਾਨ ਨਜ਼ਰ ਕਿਉਂ ਆਉਂਦਾ? ਇਹ ਸਾਡੀ ਆਪਣੀ ਭਾਵਨਾ ਹੈ। ਜੇ ਸਾਡੀ ਆਪਣੀ ਭਾਵਨਾ ਹੋਏਗੀ, ਉਹ ਜਿਹਾ ਸਾਨੂੰ ਜੀਵ ਨਜ਼ਰ ਆਏਗਾ। ਜਿਵੇਂ ਕਹਿੰਦੇ ਉਹ ਮੇਰਾ ਦੁਸ਼ਮਣ ਹੈ, ਬੰਦਿਆ ਉਹ ਤੇਰਾ ਦੁਸ਼ਮਣ ਨਹੀਂ ਹੈ। ਦੁਸ਼ਮਣੀ ਦੀ ਭਾਵਨਾ ਤੇਰੇ ਅੰਦਰ ਹੈ, ਤੇਰੇ ਅੰਦਰ ਦੁਸ਼ਮਣੀ ਦੀ ਭਾਵਨਾ, ਨਫ਼ਰਤ ਵਾਲੀ ਭਾਵਨਾ, ਤੈਨੂੰ ਸਾਰੇ ਦੁਸ਼ਮਣ ਨਜ਼ਰ ਆਉਂਦੇ ਹੈ। ਜੇ ਦੁਸ਼ਮਣੀ ਵਾਲੀ ਭਾਵਨਾ ਖਤਮ ਕਰ ਦੇ ਤਾਂ ਸਾਰੇ ਦੋਸਤ ਨਜ਼ਰ ਆਉਣੇ ਹੈ, ਸਾਰੇ ਮਿੱਤਰ ਨਜ਼ਰ ਆਉਣੇ ਹੈ। ਜਿੱਦਾਂ ਕਹਿੰਦੇ ਨੇ ਕੋਈ ਚੋਰ ਨੂੰ ਸਾਰੇ ਚੋਰ ਨਜ਼ਰ ਆਉਂਦੇ, ਕਿਉਂਕਿ ਉਹਦੇ ਅੰਦਰ ਭਾਵਨਾ ਹੀ ਉਹੀ ਹੈ, ਪ੍ਰਾਸੀ ਉਹਦੇ ਅੰਦਰ ਉਹੀ ਹੈ ਕਿ ਉਹਨੂੰ ਸਾਰੇ ਚੋਰ ਹੀ ਨਜ਼ਰ ਆਉਂਦੇ। ਜੇ ਸੰਤ ਤੇ ਜਾਂਦਾ ਨਾ, ਉਹ ਸੰਤ ਨੂੰ ਚੋਰ ਹੀ ਕਹਿਣਾ, ਉਹਨੇ ਇਹ ਠੱਗ ਗਿਆ, ਚੋਰ ਹੈ, ਸੰਤ ਨੂੰ ਚੋਰ ਕਹਿਣਾ ਉਹਨੇ, ਕਿਉਂਕਿ ਚੋਰ ਵਾਲੀ ਭਾਵਨਾ ਉਹਦੇ ਅੰਦਰ ਹੈ, ਸਾਰੇ ਚੋਰ ਹੀ ਨਜ਼ਰ ਆਉਂਦੇ। ਜਿਹਦੇ ਅੰਦਰ ਨਫ਼ਰਤ ਹੈ, ਉਹਨੂੰ ਚੰਗਾ ਕੋਈ ਨਹੀਂ ਲੱਗਦਾ, ਕਿਉਂਕਿ ਸਾਰੇ ਅੰਦਰ ਨੂਰ ਦਾ ਉਹਦਾ ਹੀ ਹੈ, ਜੋਤ ਤਾਂ ਉਹਦੀ ਹੈ। ਜਿਹਨੂੰ ਇਸ ਚੀਜ਼ ਦਾ ਗਿਆਨ ਹੋ ਜਾਂਦਾ, ਅੰਦਰ ਪ੍ਰੇਮ ਦਾ ਵਾਸਾ ਹੋ ਗਿਆ, ਤੇ ਸਾਰੇ ਪ੍ਰੇਮੀ ਨਜ਼ਰ ਆਉਂਦੇ, ਸਾਰੇ ਹੀ ਆਪਣੇ
ਚਾਹੇ ਕੋਈ ਨਸ਼ੇੜੀ ਹੈ, ਚਾਹੇ ਕੋਈ ਉੱਚਾ ਹੈ, ਚਾਹੇ ਕੋਈ ਨੀਵਾਂ ਹੈ, ਕੋਈ ਵੰਡ ਵਿਤਕਰੀ ਹੈ ਨਹੀਂ। ਇਹੋ ਜਿਹੀ ਕਥਾ ਕਹਾਣੀ ਵੀ ਸੰਤਾਂ ਮਹਾਂਪੁਰਖਾਂ ਦੀ ਆਉਂਦੀ ਹੈ। ਸੋ ਵਿਚਾਰ ਆਪਣਾ ਹੁਣ ਕਈਆਂ ਘਰਾਂ 'ਚ ਆਪਾਂ ਜਾਂਦੇ ਹਾਂ, ਕੰਮ ਕਾਰ ਕਰਦੇ ਹਾਂ, ਕਈ ਘਰ ਵਾਲੇ ਇੱਦਾਂ ਦੇ ਹੁੰਦੇ, ਉਹ ਕਹਿੰਦੇ ਵੀ ਭਾਈ ਸਾਡੇ ਘਰ ਵਿੱਚ ਬੀੜੀ ਪੀਣ ਵਾਲਾ, ਸਿਗਰਟ ਪੀਣ ਵਾਲਾ, ਤੰਬਾਕੂ ਖਾਣ ਵਾਲਾ, ਸ਼ਰਾਬ ਪੀਣ ਵਾਲਾ ਬੰਦਾ ਨਹੀਂ ਹੋਣਾ ਚਾਹੀਦਾ। ਕਈ ਹੈ ਇਸ ਦੁਨੀਆ 'ਤੇ ਇਹੋ ਜਿਹੇ ਇਨਸਾਨ। ਹੁਣ ਇਹ ਉਹਨਾਂ ਅੰਦਰ ਕੀ ਹੈ? ਇਹ ਪ੍ਰੇਮ ਹੈ ਜਾਂ ਨਫ਼ਰਤ ਹੈ? ਕਿ ਸਾਡੇ ਘਰ ਸ਼ਰਾਬ ਪੀਣ ਵਾਲਾ ਕਿਰਤੀ ਕਮਾ ਕੰਮ ਨਾ ਕਰੇ, ਬੀੜੀ ਪੀਣ ਵਾਲਾ ਕਿਰਤੀ ਕਮਾ ਕੰਮ ਨਾ ਕਰੇ। ਇਹ ਕੀ ਹੈ? ਪ੍ਰੇਮ ਹੈ, ਨਫ਼ਰਤ ਹੈ? ਹੁਣ ਜਿੱਥੇ ਨਫ਼ਰਤ ਆਪਣਾ ਕੰਮ ਕਰ ਰਹੀ ਹੈ, ਉੱਥੇ ਪ੍ਰਭੂ ਦ੍ਰਿਸ਼ਟੀ ਕਿੱਦਾਂ ਹੋਵੇ? ਪ੍ਰੇਮ ਦਾ ਵਾਸਾ ਕਿੱਦਾਂ ਹੋਵੇ? ਜਿਹਨੂੰ ਇਨਸਾਨ ਹੀ ਨਜ਼ਰ ਆ ਰਿਹਾ, ਉੱਥੇ ਪ੍ਰੇਮ ਦਾ ਵਾਸਾ ਕਿੱਦਾਂ ਹੋਵੇ? ਕਿੱਦਾਂ ਆਪਾਂ ਕਹਿ ਸਕਦੇ ਹਾਂ ਬੰਦਾ ਧਾਰਮਿਕ ਹੈ ਜਾਂ ਗੁਰਮੁਖ ਹੈ? ਮਨਮੁਖੀ ਹੈ, ਉਹ ਵੀ ਮਨਮੁਖੀ ਹੈ ਜਾਂ ਨਫ਼ਰਤ ਕਰਦਾ ਹੈ ਇਹੋ ਜਿਹੇ ਜੀਵਾਂ ਤੋਂ। ਹੁਣ ਦੇਖੋ, ਬਾਣੀ ਅੰਦਰ ਕਿਸੇ ਵੇਦ ਗ੍ਰੰਥ ਵਿੱਚ ਇਹ ਗੱਲ ਹੀ ਹੈ ਨਹੀਂ ਜਿਹੜਾ ਬੰਦਾ ਨਸ਼ੇ ਪਿਆਲੇ ਪੀਂਦਾ ਜਾਂ ਬੀੜੀ ਸਿਗਰਟ ਤੰਬਾਕੂ ਖਾਂਦਾ ਉਹਦੇ ਨਾਲ ਨਫ਼ਰਤ ਕੀਤੀ ਜਾਵੇ। ਗੁਰੂਆਂ ਦੀ ਰਚਨਾ ਨਹੀਂ ਹੈ। ਜਿਹੜਾ ਬੰਦਾ ਸਿਗਰਟ ਪੀਂਦਾ, ਤੰਬਾਕੂ ਲਾਉਂਦਾ, ਨਸ਼ੇ ਕਰਦਾ ਹੈ, ਉਹਦੇ ਨਾਲ ਨਫ਼ਰਤ ਕੀਤੀ ਜਾਵੇ, ਗੁਰੂਆਂ ਦੀ ਸਿੱਖੀ ਨਹੀਂ ਹੈ। ਕਹਿੰਦੇ ਉਹਨੂੰ ਵੀ ਪ੍ਰੇਮ ਨਾਲ ਵੇਖੋ, ਉਹਦੇ ਨਾਲ ਪ੍ਰੇਮ ਨਾਲ ਗੱਲਬਾਤ ਕਰੋ, ਸਮਝਾਉਣਾ ਕਰੋ ਕਿ ਭਾਈ ਇਹ ਤੂੰ ਕੰਮ ਛੱਡ, ਤੇਰੇ ਵਾਸਤੇ ਚੰਗੀ ਨਹੀਂ ਹੈ। ਸਿੱਖਾਂ ਯੋਗ ਨਹੀਂ ਹੈ ਕਰਮ ਤੇਰੇ ਵਾਸਤੇ, ਤੂੰ ਨਾ ਬੁਰੀਆਂ ਬਲਾਵਾਂ ਨੂੰ ਛੱਡ ਤੇ ਚੰਗਾ ਬਣ। ਸੰਤਾਂ ਨੇ ਇੱਦਾਂ ਸਮਝਾਉਣਾ ਕੀਤਾ ਹੈ, ਉਸ ਜੀਵ ਤੋਂ ਨਫ਼ਰਤ ਨਹੀਂ ਕੀਤੀ। ਜਿੱਦਾਂ ਭਾਈ ਲਾਲੋ ਜੀ, ਸਾਰੇ ਲੋਕ ਉਹ ਤੋਂ ਨਫ਼ਰਤ ਕਰਦੇ ਸੀ, ਇਹ ਨੀਵਾਂ ਹੈ, ਨੀਚ ਹੈ। ਤਾਂ ਗੁਰੂਆਂ ਨੇ ਕੀ ਕੀਤਾ? ਗੁਰੂਆਂ ਨੇ ਕੀਤਾ ਕਿ ਬਾਬਾ ਜੀ ਇਹ ਘਰ ਨਾ ਜਾਇਓ, ਸਾਹਮਣੇ ਨਾ ਜਾਇਓ, ਤੁਹਾਡਾ ਧਰਮ ਭ੍ਰਸ਼ਟ ਹੋ ਜਾਣਾ ਹੈ, ਤੁਹਾਡੀ ਭਗਤੀ ਸਿਮਰਨ ਭ੍ਰਸ਼ਟ ਹੋ ਜਾਣਾ ਹੈ। ਪਰ ਗੁਰੂਆਂ ਨੇ ਕੀਤਾ ਕੀ ਹੈ? ਭਾਈ ਲਾਲੋ ਸਤਿਗੁਰਾਂ ਦਾ ਸ਼ਰਧਾਵਾਨ ਸੀ, ਦਿਨ ਰਾਤ ਸਿਮਰਿਆ ਕਰਦਾ, ਚੇਤੇ ਕਰਦਾ ਸੀ। ਕਿਸੇ ਨੂੰ ਚੇਤੇ ਕਰਦੇ ਆ ਤਾਂ ਉਹ ਵੀ ਸਾਨੂੰ ਚੇਤੇ ਕਰਦਾ ਹੈ। ਭਾਈ ਲਾਲੇ ਨੂੰ ਕੋਈ ਦੇਖ ਕੇ ਰਾਜੀ ਨਹੀਂ ਸੀ, ਪਰ ਗੁਰਾਂ ਨੇ ਕੀਤਾ ਕਿ ਉਹਦੇ ਘਰ ਜਾ ਕੇ 7 ਆਵਾਜ਼ਾਂ ਮਾਰੀਆਂ। 7 ਆਵਾਜ਼ਾਂ ਮਾਰੀਆਂ ਕਿ ਲਾਲੋ ਬਾਹਰ ਆ, ਕਿਉਂਕਿ ਕੁੰਡਾ ਲਾ ਕੇ ਬਹਿ ਗਏ ਸੀ ਅੰਦਰ। ਜੇ ਪਤਾ ਲੱਗਿਆ ਕਿ ਸੰਤ ਆ ਰਹੇ ਨੇ, ਮਹਾਂਪੁਰਖ ਆ ਰਹੇ ਨੇ, ਜਿਹੜਾ ਚੇਤੇ ਕਰਦਾ ਸੀ ਉਹ ਆ ਰਹੇ ਹੈ, ਤੇ ਕੁੰਡਾ ਲਾ ਕੇ ਅੰਦਰੋਂ ਬਹਿ ਗਿਆ ਕਿ ਨਹੀਂ ਮਹਾਂਪੁਰਖੋ, ਲੋਕੀ ਕਹਿੰਦੇ ਹੈ ਤੁਹਾਡਾ ਦਿਨ ਭ੍ਰਸ਼ਟ ਹੋ ਜਾਣਾ ਹੈ, ਮੇਰਾ ਦਰਸ਼ਨਦਾਰੀ ਕਰਕੇ ਤੁਸੀਂ ਇਹ ਕਰਮ ਨਾ ਕਰੋ, ਮੈਨੂੰ ਆਪਣੇ ਹਾਲ 'ਤੇ ਰਹਿਣ ਦਿਓ, ਤੁਸੀਂ ਇੱਥੋਂ ਜਾਓ। ਪਰ ਗੁਰੂ ਨਾਨਕ ਨਹੀਂ ਮੰਨੇ, ਸਤਿਗੁਰ ਨਹੀਂ ਮੰਨੇ ਕਿ ਅਸੀਂ ਲੋਕਾਂ ਦੀਆਂ ਗੱਲਾਂ ਵਿੱਚ ਨਹੀਂ ਆਉਂਦੇ। ਤੂੰ ਸਾਡਾ ਪ੍ਰੇਮੀ, ਅਸੀਂ ਤੇਰੇ ਪ੍ਰੇਮੀ ਹਾਂ, ਤੂੰ ਬੂਹਾ ਖੋਲ੍ਹ ਸਾਡੇ ਗਲੇ ਲੱਗ। 7 ਆਵਾਜ਼ਾਂ ਮਾਰੀਆਂ ਗੁਰਾਂ ਨੇ। 7ਵੀਂ ਆਵਾਜ਼ 'ਤੇ ਕੁੰਡਾ ਖੋਲ੍ਹਿਆ ਤੇ ਗਲੇ ਲੱਗੇ। ਸਾਰੀ ਸੰਗਤ ਦੇ ਸਾਹਮਣੇ, ਸਾਰੇ ਲੋਕਾਂ ਦੇ ਸਾਹਮਣੇ ਗੱਲਾਂ ਲਾਉਣਾ ਕੀਤਾ। ਇਹ ਆ ਪ੍ਰੇਮ ਦੀ ਗੱਲ। ਹੁਣ ਗੁਰੂਆਂ ਰਹਿਬਰਾਂ ਦੇ ਮਨ 'ਚ ਇਹ ਕਿਉਂ ਗੱਲ ਨਹੀਂ ਆਈ ਕਿ ਨੀਚ ਹੈ, ਕਿਉਂ ਗੱਲਾਂ ਲਾਉਣਾ? ਉਹਨਾਂ ਨੇ ਗੱਲਾਂ ਲਾਉਣਾ ਕੀਤਾ। ਹੁਣ ਦੇਖੋ, ਜੇ ਨਸ਼ਿਆਂ ਦੀ ਗੱਲ ਹੋਵੇ, ਨਸ਼ੇ ਜੋ ਬੰਦਾ ਕਰਦਾ ਉਹ ਤੋਂ ਨਫ਼ਰਤ ਕਰਨੀ ਹੈ। ਜੋ ਸਵਾਰਥੀ ਬੰਦਾ ਹੈ ਉਹ ਤੋਂ ਨਫ਼ਰਤ ਕਰਨੀ ਹੈ। ਜੇ ਆਪਾਂ ਗੁਰੂਆਂ ਦੇ ਜੀਵਨ ਵੱਲ ਝਾਤੀ ਮਾਰੀਏ ਤਾਂ ਸੱਜਣ ਠੱਗ, ਜਿਹਦਾ ਨਾਂ ਹੀ ਠੱਗ ਹੈ ਉਹਦਾ ਕਰਮ ਕਿਵੇਂ ਜਿਹਾ ਹੋਏਗਾ? ਇੱਕ ਪਾਸੇ ਸੱਜਣ ਹੈ ਤੇ ਨਾਲ ਹੀ ਠੱਗ ਹੈ। ਕਰਦਾ ਕੀ ਹੈ? ਜਿਹੜਾ ਸੱਜਣ ਬਣਦਾ ਹੈ ਲੋਕਾਂ ਦਾ, ਤੇ ਸੱਜਣ ਬਣ ਕੇ ਠੱਗ ਲੈਂਦਾ ਹੈ, ਕਤਲ ਕਰ ਦਿੰਦਾ ਹੈ, ਜੋ ਖਜ਼ਾਨੇ ਹੈ ਲੁੱਟ ਲੈਂਦਾ ਹੈ।
ਸਰਾਂ ਬਣਾਈ ਹੋਈ ਹੈ ਉਸਨੇ ਆਪਣੀ ਇੱਕ ਸੱਜਣ ਦੇ ਨਾਂ 'ਤੇ, ਸੱਜਣ ਸਰਾਂ। ਜਿਹੜਾ ਕੋਈ ਜਾਣਦਾ ਹੈ, ਜਿਹੜਾ ਸੱਜਣ ਬਣਦਾ ਹੈ, ਪ੍ਰੇਮੀ ਬਣਦਾ ਹੈ, ਬੜਾ ਭਗਤ ਬਣਦਾ ਹੈ, ਮੈਂ ਸੇਵਾਦਾਰ ਹਾਂ ਭਾਈ, ਆਓ ਵਿਸ਼ਰਾਮ ਕਰੋ। ਜਦੋਂ ਪੈਂਦੀ ਹੈ ਰਾਤ, ਉਹੀ ਸੱਜਣ ਦੁਸ਼ਮਣ ਬਣ ਜਾਂਦਾ ਹੈ, ਠੱਗ ਬਣ ਜਾਂਦਾ ਹੈ, ਕੁੱਟਦਾ ਹੈ, ਮਾਰਦਾ, ਕਤਲ ਕਰਦਾ ਹੈ, ਖਜ਼ਾਨੇ ਹਾਸਲ ਕਰ ਲੈਂਦਾ ਹੈ। ਹੁਣ ਇਹ ਗੱਲ ਗੁਰੂਆਂ ਨੂੰ ਵੀ ਪਤਾ ਸੀ, ਗੁਰੂ ਨਾਨਕ ਨੂੰ ਇਹ ਗੱਲ ਪਤਾ ਸੀ। ਇਹ ਬਾਹਰੋਂ ਸਾਨੂੰ ਹੰਸ ਦੇਦਾ ਹੈ, ਪਰ ਅੰਦਰ ਹੈ ਕਾਂ ਹੀ ਹੈ, ਅੰਦਰ ਬਗਲਾ ਹੀ ਹੈ। ਬਾਹਰੋਂ ਹੰਸ ਬਣਿਆ ਫਿਰਦਾ, ਬਾਹਰੋਂ ਸੱਜਣ ਹੈ ਪਰ ਅੰਦਰੋਂ ਠੱਗ ਹੈ। ਗੁਰੂ ਨਾਨਕ ਨੂੰ ਪਤਾ ਸੀ, ਪਰ ਗਏ ਕਿਉਂ? ਉਹਨਾਂ ਨੇ ਨਫ਼ਰਤ ਕਿਉਂ ਨਹੀਂ ਕੀਤੀ ਉਸ ਤੋਂ? ਸੱਜਣ ਠੱਗ ਤੋਂ ਨਫ਼ਰਤ ਕਿਉਂ ਨਹੀਂ ਕੀਤੀ? ਉਹ ਕਤਲ ਕਰਦਾ ਸੀ, ਠੱਗ ਸੀ, ਇਹ ਠੱਗੀਆਂ ਕਰਦਾ ਸੀ, ਕਤਲ ਕਰਦਾ ਸੀ, ਫਿਰ ਨਸ਼ੇ ਵੀ ਜ਼ਰੂਰ ਕਰਦਾ ਹੋਵੇਗਾ। ਪਰ ਗੁਰਾਂ ਨੇ ਨਫ਼ਰਤ ਨਹੀਂ ਕੀਤੀ, ਉਹਨੂੰ ਤਾਰਨ ਵਾਸਤੇ ਗਏ। ਲੈ ਵੀ ਤੇਰਾ ਵੇਲਾ ਆ ਗਿਆ, ਤੇਰਾ ਪਾਰ ਉਤਾਰਾ ਕਰ ਦੇਂਗੇ। ਮੁਸਾਫਰ ਬਣ ਕੇ ਗਏ ਗੁਰੂ ਮਹਾਰਾਜ, ਕੋਈ ਸਰਾਂ ਟਿਕਾਣਾ ਕੀਤਾ। ਜਦੋਂ ਫਿਰ ਸਮਾਂ ਆਇਆ, ਹੁਣ ਸੱਜਣ ਦੁਸ਼ਮਣ ਬਣ ਕੇ ਆ ਗਿਆ, ਹੱਥ 'ਚ ਹਥਿਆਰ ਲੈ ਕੇ ਆ ਗਿਆ ਲੁੱਟਣ ਵਾਸਤੇ ਰਾਤ ਨੂੰ। ਜਿੱਦਾਂ ਹੀ ਆਇਆ ਹੈ, ਉਹਦੇ ਸ਼ਬਦ ਉਚਾਰਨੇ ਗੁਰੂ ਮਹਾਰਾਜ ਸ਼ੁਰੂ ਕਰ ਦਿੱਤੇ ਹੈ। ਜੋ ਉਹਦੀ ਅਸਲ ਕਹਾਣੀ ਸੀ ਨਾ, ਉਹ ਜੀਵਨ ਸੀ ਅਸਲ, ਉਹ ਜੀਵਨ ਕਵਿਤਾ ਰੂਪ ਵਿੱਚ ਗਾਉਣਾ ਕਰ ਦਿੱਤਾ ਗੁਰੂਆਂ ਨੇ। ਕਵਿਤਾ ਰੂਪ 'ਚ ਉਹਦਾ ਜੀਵਨ ਗਾ ਰਹੇ ਆ। ਜਦੋਂ ਆਪਣਾ ਜੀਵਨ ਸੁਣਿਆ ਸੱਜਣ ਠੱਗ ਨੇ, ਉੱਥੇ ਚਰਨੀ ਪੈ ਗਿਆ ਅਤੇ ਸਾਰੀਆਂ ਬੁਰਾਈਆਂ ਉੱਥੇ ਹੀ ਛੱਡ ਦਿੱਤੀਆਂ, ਚੇਲਾ ਬਣ ਗਿਆ, ਸੇਵਕ ਬਣ ਗਿਆ। ਇੱਦਾਂ ਪਾਰ ਉਤਾਰਾ ਕੀਤਾ। ਜੇ ਗੁਰੂ ਮਹਾਰਾਜ ਕਹਿੰਦੇ ਭਾਈ ਇਹ ਕਾਤਲ ਹੈ, ਠੱਗ ਹੈ, ਚੋਰ ਹੈ, ਨਫ਼ਰਤ ਕਰਦੇ ਉਸ ਜੀਵ ਤੋਂ, ਤੇ ਪਾਰ ਉਤਾਰਾ ਕਦੇ ਹੋਣਾ ਹੀ ਨਹੀਂ ਸੀ। ਉਹਨੇ ਸੱਜਣ ਬਣਨਾ ਹੀ ਨਹੀਂ ਸੀ। ਇਹ ਸੱਜਣ ਆਇਆ ਨਾ, ਜੇ ਤੂੰ ਸੱਜਣ ਹੈ ਤਾਂ ਸੱਜਣ ਬਣ। ਫਿਰ ਸੱਜਣ ਬਣਿਆ ਸੀ ਅਸਲ 'ਚ। ਇਹ ਗੁਰੂਆਂ ਦੇ ਪ੍ਰੇਮ ਦੀ ਨਿਸ਼ਾਨੀ ਸੀ, ਨਫ਼ਰਤ ਦੀ ਨਿਸ਼ਾਨੀ ਨਹੀਂ ਸੀ। ਜੇ ਉਹ ਨਫ਼ਰਤ ਕਰਦੇ ਨਾ, ਅੱਜ ਨਫ਼ਰਤ ਹੀ ਹੋਣੀ ਸੀ, ਪ੍ਰੇਮ ਤਾਂ ਹੋਣਾ ਹੀ ਨਹੀਂ ਸੀ। ਸੋ ਇਸ ਕਰਕੇ ਜੋ ਵੀ ਬੰਦਾ ਕਾਰਜ ਕਰਦਾ, ਕੋਈ ਨਸ਼ੇ ਪੀਂਦਾ ਹੈ, ਕੁਛ ਵੀ ਕਰਦਾ ਹੈ, ਠੀਕ ਹੈ, ਉਹਦੀ ਆਪਣੀ ਕਰਨੀ, ਪਰ ਕਿਸੇ ਤੋਂ ਨਫ਼ਰਤ ਨਾ ਕਰੋ। ਨਫ਼ਰਤ ਕਰਦੇ ਹੋ, ਗੁਨੇਗਾਰ ਤੁਸੀਂ ਹੋ। ਤੁਸੀਂ ਕਦੇ ਗੁਰਮੁਖ ਨਹੀਂ ਬਣ ਸਕਦੇ ਨਫ਼ਰਤ ਨੂੰ ਅੰਦਰ ਰੱਖ ਕੇ। ਇੱਦਾਂ ਹੀ ਹਜ਼ਰਤ ਈਸਾ ਮਸੀਹ ਹੋਏ ਆ। ਹੁਣ ਉਹ ਇੱਕ ਸ਼ਰਾਬੀਆਂ ਦੇ ਟੋਲੇ 'ਚ ਬੈਠੇ, ਜੋ ਲੋਕ ਸ਼ਰਾਬਾਂ ਪੀਂਦੇ ਨਾ ਸ਼ਾਮਾਂ ਦੇ ਵੇਲੇ। ਹੁਣ ਹਜ਼ਰਤ ਈਸਾ ਮਸੀਹ ਉਹਨਾਂ ਬੰਦਿਆਂ ਟੋਲੇ 'ਚ ਬੈਠੇ ਆ, ਸ਼ਰਾਬੀਆਂ ਦੇ ਟੋਲੇ 'ਚ। ਹੁਣ ਸਿੱਖ ਸੇਵਕ ਆਏ ਹਜ਼ਰਤ ਈਸਾ ਮਸੀਹ ਦੇ, ਕਹਿਣ ਲੱਗੇ ਮਹਾਂਪੁਰਖ ਤੁਸੀਂ ਇਹਨਾਂ ਸ਼ਰਾਬੀਆਂ ਵਿੱਚ ਕਿੱਦਾਂ ਬੈਠੇ ਹੋ? ਤੁਸੀਂ ਇੱਥੇ ਕੀ ਕਰਦੇ ਹੋ? ਤੁਹਾਡਾ ਦੀਨ, ਤੁਹਾਡਾ ਧਰਮ, ਭਗਤੀ ਸਿਮਰਨ ਭ੍ਰਸ਼ਟ ਹੋ ਜਾਏਗਾ, ਲੋਕ ਤੁਹਾਨੂੰ ਮਾੜਾ ਕਹਿਣਗੇ। ਤੁਹਾਡਾ ਇੱਥੇ ਕੰਮ ਕੀ ਹੈ ਸ਼ਰਾਬੀਆਂ ਵਿੱਚ? ਤਾਂ ਹਜ਼ਰਤ ਈਸਾ ਮਸੀਹ ਨੇ ਸਮਝਾਉਣਾ ਕੀਤਾ ਕਿ ਪਿਆਰਿਓ, ਜੇ ਸ਼ਰਾਬੀ ਹੈ, ਨਸ਼ੇੜੀ ਹੈ, ਤਾਂ ਹੈ ਤਾਂ ਉਹ ਪਰਮਾਤਮਾ ਦੇ ਨਾ, ਹੈ ਤਾਂ ਉਹ ਗੋਡ ਦੇ ਹੀ ਹੈ ਨਾ, ਉਹਦੇ ਬੱਚੇ ਹੀ ਹੈ ਨਾ। ਇਹਨਾਂ ਅੰਦਰ ਵੀ ਉਹ ਨੂਰ ਕੰਮ ਕਰਦਾ, ਸ਼ਕਤੀ ਕੰਮ ਕਰਦੀ ਹੈ। ਜੇ ਉਹ ਪਰਮਾਤਮਾ ਦੇ ਹੈ, ਇਹ ਵੀ ਸਾਡੇ ਹੀ ਹੈ। ਅਸੀਂ ਇਹਨਾਂ ਵਿੱਚ ਬੈਠੇ ਕਿਉਂ ਆ? ਕਿਉਂਕਿ ਨਸ਼ੇ ਕਰਦੇ ਆ, ਨਸ਼ਿਆਂ ਨੇ ਮੱਤ ਮਾਰੀ ਹੈ, ਕੋਈ ਚੰਗੀ ਸੋਚ ਨਹੀਂ ਹੈ। ਚੰਗੀ ਸੋਚ ਵਾਸਤੇ ਸਾਡੇ ਕੋਲ ਆ ਨਹੀਂ ਸਕਦੇ, ਸਤਸੰਗ ਵਿੱਚ ਆ ਨਹੀਂ ਸਕਦੇ। ਇਸੇ ਕਰਕੇ ਅਸੀਂ ਇਹਨਾਂ ਕੋਲ ਆ ਗਏ ਹਾਂ ਕਿ ਚਲੋ ਇਹਨਾਂ ਨੇ ਨਹੀਂ ਆਉਣਾ, ਅਸੀਂ ਇਹਨਾਂ ਕੋਲ ਚਲੇ ਜਾਈਏ। ਨਸ਼ੇ ਕਰਨ ਵਾਲੇ ਬੰਦੇ, ਇਹਨਾਂ ਨੇ ਸਾਡੇ ਕੋਲ ਨਹੀਂ ਆਉਣਾ, ਕਿਉਂਕਿ ਜਿਹੜਾ ਨਸ਼ੇੜੀ ਹੈ ਨਾ, ਉਹਦਾ ਵੈਰ ਹੁੰਦਾ ਹੈ ਸੰਤਾਂ ਦੇ ਨਾਲ। ਜਿਹਦੇ ਸੰਤ ਮੋਰੇ ਆ ਗਿਆ ਨਾ, ਉੱਥੋਂ ਪਿਛਾੜੀ ਕਰ ਲੈਣੀ ਹੈ, ਦੌੜ ਜਾਣਾ ਹੈ। ਹਵੇ ਸੰਤ ਆ ਗਿਆ, ਉਹਨੂੰ ਸਿੱਖਿਆ ਦੇਵੇਗਾ। ਤਾਂ ਹਜ਼ਰਤ ਈਸਾ ਮਸੀਹ ਕਹਿਣ ਲੱਗੇ ਇਹ ਸਾਡੇ ਕੋਲ ਨਹੀਂ ਆਉਂਦੇ, ਚਲੋ ਠੀਕ ਆ, ਅਸੀਂ ਇਹਨਾਂ ਕੋਲ ਆ ਜਾਂਦੇ ਹਾਂ ਇਹਨਾਂ ਨੂੰ ਸਮਝਾਉਣ ਵਾਸਤੇ। ਅਸੀਂ ਸਮਝਾਵਾਂਗੇ ਨਾ ਤੇ ਬੰਦੇ ਕਿੱਦਾਂ ਬਣਨਗੇ, ਇਨਸਾਨ ਕਿੱਦਾਂ ਬਣਨਗੇ? ਇਸ ਕਰਕੇ ਅਸੀਂ ਇਹਨਾਂ ਵਿੱਚ ਬੈਠੇ ਹਾਂ। ਸ਼ਰਾਬੀ ਬੰਦੇ 'ਚ ਬੈਠਣ ਦੇ ਨਾਲ ਕੋਈ ਸ਼ਰਾਬੀ ਨਹੀਂ ਹੋ ਜਾਂਦਾ।
ਨਸ਼ੇੜੀ ਬੰਦੇ ਨਾਲ ਬੈਠਣ ਨਾਲ ਕੋਈ ਨਸ਼ੇੜੀ ਨਹੀਂ ਹੋ ਜਾਂਦਾ। ਇੱਦਾਂ ਦੀ ਕਥਾ ਕਹਾਣੀ ਚਲੋ ਸਾਡੇ ਨਾਲ ਇੱਦਾਂ ਹੋਈ ਹੈ। ਅਸੀਂ ਇੱਕ ਦੁਕਾਨ 'ਤੇ ਬੈਠੇ, ਜੇ ਸਾਰੇ ਕਾਮੇ ਬੰਦੇ ਇਕੱਠੇ ਹੁੰਦੇ ਆ ਸਵੇਰ ਵੇਲੇ, ਉੱਥੋਂ ਫਿਰ ਅੱਗੇ ਕੰਮੇ ਜਾਂਦੇ ਨੇ। ਉਹ ਦੁਕਾਨ 'ਤੇ ਜਿੰਨੇ ਬਹਿੰਦੇ ਸਾਰੇ ਨਸ਼ੇੜੀ ਬਹਿੰਦੇ ਆ, ਜਿੰਨੇ ਬੈਠੇ ਸਾਰੇ ਨਸ਼ੇੜੀ। ਕੋਈ ਕੈਪਸੂਲ ਖਾਂਦਾ ਹੈ, ਕੋਈ ਸਿਗਰਟਾਂ ਪੀਂਦਾ, ਬੀੜੀਆਂ ਪੀਂਦਾ। ਅਸੀਂ ਬੈਠੇ ਉਹਨਾਂ ਵਿੱਚ, ਅਸੀਂ ਉਹਨਾਂ 'ਚ ਬੈਠੇ। ਇੱਕ ਮਾਤਾ ਆਈ, ਬਜ਼ੁਰਗ ਔਰਤ, ਉਹ ਗਾਲੀ ਗਲੋਚ ਕਰਨ ਲੱਗੀ। ਗਾਲੀ ਗਲੋਚ ਉਸਨੇ ਕੀਤਾ, ਇੱਕ ਬੰਦੇ ਦਾ ਨਾਮ ਲਿਆ ਕਿ ਤੂੰ ਸਾਰੇ ਨਸ਼ੇੜੀ ਲੈ ਕੇ ਇੱਥੇ ਬੈਠਾ ਰਹਿਣਾ, ਜਾ ਕੇ ਕੰਮ ਕਰ। ਜਦੋਂ ਇਹ ਗੱਲ ਮਾਤਾ ਨੇ ਕਹੀ, ਸਾਡੇ ਮਨ 'ਤੇ ਬੜੀ ਸੱਟ ਲੱਗੀ ਕਿ ਸਾਨੂੰ ਵੀ, ਅਸੀਂ ਗਿਣਤੀ 'ਚ ਆ ਗਏ ਨਾ ਨਸ਼ੇੜੀਆਂ ਦੀ। ਜਦੋਂ ਅਸੀਂ ਨਸ਼ੇ ਪਿਆਲੇ ਨਾ ਪੀਤੇ, ਨਾ ਸਿਗਰਟਾਂ ਪੀਤੀਆਂ, ਤੰਬਾਕੂ ਲਾਏ, ਨਾ ਕੈਪਸੂਲ ਖਾਧੇ, ਸਾਨੂੰ ਵੀ ਉਹਨਾਂ ਵਿੱਚ ਗਿਣ ਲਿਆ। ਮਨ 'ਤੇ ਸੱਟ ਲੱਗੀ। ਇੱਦਾਂ ਬਹੁਤ ਵਾਰ ਹੋਇਆ, ਪਰ ਆਪਾਂ ਕਦੇ ਵੀ ਨਫ਼ਰਤ ਨਹੀਂ ਕੀਤੀ ਕਿਸੇ ਤੋਂ। ਸ਼ਰਾਬੀਆਂ ਦੇ ਨਾਲ ਬੈਠੇ ਵੀ ਆ, ਕੰਮਕਾਰ ਵੀ ਕਰਦੇ ਆ। ਜੋ ਬੰਦੇ ਸਿਗਰਟਾਂ ਪੀਂਦੇ ਨੇ, ਤੰਬਾਕੂ ਖਾਂਦੇ ਨੇ, ਉਹਨਾਂ ਨਾਲ ਕੰਮਕਾਰ ਵੀ ਕਰਦੇ ਆ, ਵਿਚਰਦੇ ਵੀ ਸੰਸਾਰ ਦੇ ਅੰਦਰ। ਅਤੇ ਫਿਰ ਕੀ ਹੋਇਆ ਭਾਈ, ਉਹਨਾਂ ਦੀ ਕਰਨੀ ਹੈ ਜਿੱਦਾਂ ਉਹ ਜੀਣਾ ਜੀਣ। ਪਰ ਅਸੀਂ ਸਮਝਾਉਂਦੇ ਹਾਂ ਕਿ ਭਾਈ ਆਹ ਕੰਮਕਾਰ ਛੱਡੋ ਅਤੇ ਇਨਸਾਨ ਬਣੋ। ਇਨਸਾਨ ਬਣੋਗੇ, ਉਸ ਤੇਰੀ ਸਿਫਤਾਂ ਵਧਾਈਆਂ। ਇਹ ਸੱਟ, ਇਹ ਗੱਲ ਉਹਨਾਂ ਜੀਵਾਂ ਦੇ ਮਨ 'ਤੇ ਵੀ ਲੱਗੀ। ਇਹਦੇ ਗੱਡੀਆਂ ਪਿੰਡ 'ਚ ਕੰਮ ਕਰ ਰਹੇ, ਗੱਭੇ ਬਹਿ ਗਏ ਅਸੀਂ, ਅਤੇ ਸਾਨੂੰ ਚਾਰਾਂ ਬੰਦੇ ਨੇ ਘੇਰ ਲਿਆ। ਕੋਈ ਬੀੜੀ ਲਾ ਕੇ ਬੈਠਾ, ਕੋਈ ਸਿਗਰਟ ਲਾ ਕੇ ਬੈਠਾ, ਕੋਈ ਤੰਬਾਕੂ ਮਾਰ ਰਿਹਾ। ਅਤੇ ਇੱਕ ਬੰਦਾ ਉੱਠਿਆ, ਕਹਿੰਦਾ ਤੁਸੀਂ ਬਾਬੇ ਨੂੰ ਥੱਲੇ ਸੈਂਟਰ ਬਿਠਾ ਕੇ ਧੁੱਪਾਂ ਦੇ ਰਹੇ ਆ, ਬੱਤੀ ਦੀਆਂ ਸਿਗਰਟਾਂ ਦੀਆਂ, ਬਾਬੇ ਨੂੰ ਧੁੱਪਾਂ ਦੇ ਰਹੇ। ਬਾਬਾ ਤੂੰ ਇੱਥੇ ਉੱਠ, ਤੇਰਾ ਇੱਥੇ ਕੰਮ ਕੀ ਹੈ, ਤੂੰ ਹਰੇ ਹੋ ਕੇ ਬਹਿ ਜਾ। ਕੌਣ ਸੁਗੰਧੀ ਲੈ ਰਿਹਾ ਉਹਨਾਂ ਦੀ, ਤੰਬਾਕੂ ਦੀ, ਬੀੜੀਆਂ ਦੀ, ਕਿ ਤੈਨੂੰ ਨਫ਼ਰਤ ਨਹੀਂ ਹੁੰਦੀ? ਮੈਂ ਕਿਹਾ ਨਹੀਂ ਭਾਈ, ਸਾਨੂੰ ਕੋਈ ਨਫ਼ਰਤ ਨਹੀਂ ਤੁਹਾਡੇ ਨਾਲ। ਪੀਓ ਜੀ, ਸਦਕੇ ਪੀਓ, ਸਾਡਾ ਕੀ ਜਾਂਦਾ। ਸੈਂਟਰ 'ਚ ਬੈਠੇ ਅਸੀਂ, ਅਤੇ ਚਾਰੇ ਪਾਸੇ ਬੰਦੇ ਬੈਠੇ ਆ। ਕਿਸੇ ਨੇ ਬੀੜੀ ਲਾ ਲਈ, ਸਿਗਰਟ ਲਾ ਲਈ, ਤੰਬਾਕੂ ਲਾਉਣਾ, ਤੰਬਾਕੂ ਲਾ ਲਿਆ। ਜਦੋਂ ਅਸੀਂ ਵਿਚਾਰ ਸਾਂਝਾ ਕੀਤਾ, ਦੋ ਬੰਦਿਆਂ ਦੇ ਮਨਾਂ 'ਤੇ ਸੱਟ ਲੱਗੀ। ਦੋ ਬੰਦੇ ਮਨਾਂ 'ਤੇ ਸੱਟ ਲੱਗੀ ਕਿ ਹਾਂ ਵੀ ਗੱਲ ਸਹੀ ਹੈ। ਹੁਣ ਅਸੀਂ ਕੋਸ਼ਿਸ਼ ਕਰਾਂਗੇ ਕਿ ਗੁਰੂ ਵਾਲੇ ਬਣੀਏ, ਨਾਮਧਾਰੀ ਬਣੀਏ, ਇਹਨਾਂ ਚੀਜ਼ਾਂ ਨੂੰ ਛੱਡਣ ਦੀ ਕੋਸ਼ਿਸ਼ ਕਰਾਂਗੇ ਬਾਬਾ। ਹੁਣ ਜੇ ਅਸੀਂ ਉਸ ਵੇਲੇ ਨਫ਼ਰਤ ਕਰਦੇ ਕਿ ਨਹੀਂ ਤੁਹਾਡੇ 'ਚ ਅਸੀਂ ਬਹਿਣਾ, ਗਿਆਨ ਦੀ ਗੱਲ ਨਹੀਂ ਕਰਨੀ, ਤਾਂ ਸੱਟ ਕਿੱਦਾਂ ਵੱਜਦੀ? ਤਾਂ ਬੰਦਾ ਬਣ ਨਹੀਂ ਸਕਦਾ ਕਦੇ। ਸੋ ਇੱਦਾਂ ਹੀ ਕਥਾ ਕਹਾਣੀ ਸੋਚਿਆ ਸੀ ਵਿਚਾਰ ਛੋਟਾ ਹੋਵੇਗਾ, ਪਰ ਹੁਣ ਲੰਬਾ ਜਾ ਰਿਹਾ। ਹੁਣ ਕਹਿਣ ਦਾ ਭਾਵੇਂ ਸਿੱਧੀ ਗੱਲ ਕਰੀਏ, ਹੁਣ ਸਾਡੇ ਦੁਖੜਾ ਸਾਡੇ ਨਗਰ ਦਾ ਹੈ, ਦੁਖੜਾ ਸਾਡੇ ਸਮਾਜ ਦਾ ਹੈ। ਹੁਣ ਕਿਹੜੇ ਧਰਮ ਹੈ, ਕਿਹੜਾ ਧਰਮ ਹੈ ਇਸ ਦੁਨੀਆ 'ਤੇ ਜਿਹੜੇ ਧਰਮ ਅੰਦਰ ਨਸ਼ੇ ਨਹੀਂ ਵਰਤੇ ਜਾਂਦੇ? ਉਹ ਕਿਹੜਾ ਜਨਮ ਹੈ, ਕਿਹੜਾ ਮਰਨ ਹੈ ਜਿਹਦੇ ਨਸ਼ੇ ਨਹੀਂ ਵਰਤੇ ਜਾਂਦੇ? ਜਿਹੜੇ ਆਪਣੇ ਆਪ ਨੂੰ ਗੁਰਮੁਖ ਕਹਿੰਦੇ ਆ ਨਾ, ਉਹ ਵੀ ਇਸ ਕਾਰੇ ਵਿੱਚ ਆਉਂਦੇ ਆ। ਅੱਜ ਕੱਲ੍ਹ ਲੋਕਾਂ ਨੇ ਕੀ ਕੀਤਾ ਹੈ, ਜੇ ਕਿਸੇ ਬਾਣੀ ਦਿਖਾਉਣੀ ਹੈ ਨਾ, ਘਰ ਵਿੱਚ ਵਿਆਹ ਹੈ, ਕੋਈ ਪ੍ਰੋਗਰਾਮ ਹੈ, ਉਹ 2 ਦਿਨ ਪਹਿਲੇ ਬਾਣੀ ਕਰਾ ਲੈਂਦੇ ਆ। ਕਿਉਂ? ਹੁਣ ਨਵੀਂ ਰੀਤ ਤੁਰ ਪਈ ਹੈ, 2 ਦਿਨ ਪਹਿਲਾਂ ਬਾਣੀ ਕਰਾ ਲਓ। ਉਹ ਕਿਉਂ? ਕਿਉਂਕਿ ਬਾਅਦ 'ਚ ਕੀ ਹੋਣੀਆਂ, ਮਨਮਤੀਆਂ ਹੋਣੀਆਂ, ਮਨਮੂਰਖਤਾ ਹੋਣੀਆਂ। 2 ਦਿਨ ਪਹਿਲਾਂ ਬਾਣੀ ਕਰਾ ਲਓ, ਬਾਅਦ 'ਚ ਨਸ਼ੇ ਪਿਆਲੇ ਪੀਓ, ਨੱਚੋ ਟੱਪੋ, ਮੌਜ ਮਸਤੀਆਂ ਕਰੋ, ਲੜਾਈਆਂ ਝਗੜੇ ਕਰੋ। ਇੱਦਾਂ ਹੀ ਹੁੰਦਾ। ਇਸ ਕਰਕੇ 2 ਦਿਨ ਪਹਿਲਾਂ ਬਾਣੀ ਕਰਾ ਲਓ, ਤਾਂ ਜੋ ਦਾਗ ਨਾ ਲੱਗੇ ਗੁਰਾਂ ਦੀ ਬਾਣੀ 'ਤੇ। ਪਹਿਲਾਂ ਹੀ ਕਰਾ ਲਓ। ਹਰ ਧਰਮ ਦੇ ਅੰਦਰ ਕੰਮ ਹੁੰਦਾ ਹੈ। ਇੱਦਾਂ ਹੀ ਅਸੀਂ ਕਿਸੇ ਦੇ ਘਰ ਕੰਮ ਕਰ ਰਹੇ, ਆਪਣੇ ਆਪ ਨੂੰ ਗੁਰੂ ਸਿੱਖ ਅਖਵਾਉਂਦੇ ਆ, ਲੰਬੀ ਦਾੜੀ ਹੈ, ਲੰਬੇ ਕੇਸ ਹੈ, ਕਹਿਣ ਲੱਗੇ ਕਿ ਭਾਈ ਕੱਲ੍ਹ ਨੂੰ ਸਾਡੇ ਘਰ ਪਾਰਟੀ ਹੈ, ਤੁਸੀਂ ਵੀ ਆਇਓ, ਬਾਣੀ ਰਖਾਉਣੀ ਹੈ, ਪ੍ਰਚਾਰ ਚੱਲਣਾ ਹੈ, ਸਤਸੰਗ ਹੋਣਾ। ਅਸੀਂ ਕਿਹਾ ਠੀਕ ਹੈ ਜੀ, ਚਲੋ ਆ ਜਾਏਗੀ, ਕੋਈ ਗੱਲ ਨਹੀਂ। ਇਹਦੇ ਜੋ ਕੰਮ ਦਾ ਕਰਦੇ ਸਟੋਰ ਵੱਲ ਹੋਏ, ਤਾਂ ਸਟੋਰ ਦੇ ਵਿੱਚ ਸ਼ਰਾਬ ਦੀਆਂ ਬੋਤਲਾਂ ਪਈਆਂ, ਸੋਡੇ ਪਏ, ਖਾਰੇ ਪਏ।
ਤੇ ਅਸੀਂ ਪੁੱਛਦੇ ਆ ਕਿ ਅੰਕਲ ਜੀ ਗੱਲ ਸੁਣਿਓ, ਤੁਸੀਂ ਕਹਿੰਦੇ ਆ ਕਿ ਕੱਲ੍ਹ ਨੂੰ ਬਾਣੀ ਲਿਖਾਉਣੀ ਹੈ, ਸਤਸੰਗ ਸੋਲੇ ਹੋਣੇ ਆ, ਉਹ ਅੰਮ੍ਰਿਤ ਹੈ, ਉਹ ਅੰਮ੍ਰਿਤ ਹੈ। ਜਿੱਥੇ ਅੰਮ੍ਰਿਤ ਹੋਵੇ ਉੱਥੇ ਜ਼ਹਿਰ ਦਾ ਕੀ ਕੰਮ ਹੈ? ਆਹ ਜ਼ਹਿਰ ਹੈ। ਬੰਦੇ ਨੇ ਕੀ ਕਹਿਣਾ ਕੀਤਾ ਹੈ? ਗੁਰਮੁਖ ਸੀ, ਗੁਰਮੁਖ ਔਖਾ ਹੁੰਦਾ ਆਪਣੇ ਆਪ ਨੂੰ। ਉਹਨੇ ਕਹਿਣਾ ਕੀਤਾ ਕਿ ਪੁੱਤਰਾਂ ਗੱਲ ਇੱਦਾਂ ਹੈ ਕਿ ਲੋਕ ਲਾਜ ਵੀ ਰੱਖਣੀ ਪੈਂਦੀ ਹੈ। ਦੱਸੋ ਤਾਂ ਲੋਕ ਲਾਜ ਵੀ ਰੱਖਣੀ ਪੈਂਦੀ ਹੈ ਭਾਈ। ਜਾਂ ਤਾਂ ਲੋਕ ਰਾਜ ਰੱਖ ਲਓ ਜਾਂ ਗੁਰੂ ਰਾਜ ਰੱਖ ਲਓ, ਇੱਕ ਰਹਿਣੀ ਹੈ। ਜਾਂ ਲੋਕ ਰਾਜ ਰੱਖ ਲਓ ਜਾਂ ਗੁਰੂ ਦੀ ਲਾਜ ਰੱਖ ਲਓ, ਗੁਰੂ ਦੀ ਬਾਣੀ ਦੀ ਲਾਜ ਰੱਖ ਲਓ, ਇੱਕੋ ਰਹਿਣੀ ਹੈ। ਆਪਣੇ ਅੰਦਰ ਕਮੀਆਂ ਨਹੀਂ ਵੇਖਣੀਆਂ, ਕਮੀਆਂ ਦੂਜੀ ਵੱਲ ਕੱਢਣੀਆਂ। ਕਿ ਭਾਈ ਫਲਾਨਾ ਬੰਦਾ ਬੀੜੀ ਪੀਂਦਾ, ਸਿਗਰਟ ਪੀਂਦਾ, ਸ਼ਰਾਬ ਵੇਚਦਾ ਸੀ, ਸ਼ਰਾਬ ਪੀਂਦਾ ਸੀ, ਇਹਦੇ ਘਰ ਬਾਣੀ ਨਹੀਂ ਲੈ ਕੇ ਜਾਣੀ। ਕਮੀ ਆਪਣੇ ਅੰਦਰ ਨਹੀਂ ਵੇਖਣੀ। ਸਾਡੇ ਘਰਾਂ 'ਚ ਇੱਦਾਂ ਹੁੰਦਾ ਹੈ, ਜਨਮ ਵਿੱਚ ਵੀ ਇੱਦਾਂ ਹੁੰਦਾ, ਮਰਨ ਵਿੱਚ ਵੀ ਇੱਦਾਂ ਹੁੰਦਾ, ਵਿਆਹ ਸ਼ਾਦੀਆਂ 'ਤੇ ਵੀ ਸਭ ਕੁਝ ਹੁੰਦਾ। ਉੱਧਰ ਧਿਆਨ ਕਿਉਂ ਨਹੀਂ ਜਾਂਦਾ? ਬਹੁਤ ਗੁਰਸਿੱਖਾਂ ਦੇ ਪਰਿਵਾਰ ਨੇ ਇਹੋ ਜਿਹੇ ਲੜਕੇ ਲੜਕੀਆਂ ਨੇ ਜੋ ਸਭ ਕੁਝ ਕਰਦੇ ਆ, ਸਿਗਰਟਾਂ ਬੀੜੀਆਂ ਪੀਂਦੇ, ਤੰਬਾਕੂ ਵੀ ਖਾਂਦੇ, ਸਭ ਕੁਝ ਕਰਦੇ ਆ, ਪਰ ਦੋਸ਼ ਆਪਣੇ 'ਤੇ ਨਹੀਂ ਲੈ ਕੇ ਜਾਣਾ, ਕਹਿਣਾ ਫਿਰ ਦੂਜੇ ਨੂੰ ਬੁਰਾ। ਹੁਣ ਦੇਖੋ ਇਸਲਾਮ ਦੇ ਵਿੱਚ ਸ਼ਰਾਬ ਪੀਣੀ ਸਭ ਤੋਂ ਵੱਡਾ ਗੁਨਾਹ ਹੈ, ਪਾਪ ਹੈ। ਕਹਿੰਦੇ ਕਤਲ ਕਰ ਦਿਓ ਬਖਸ਼ਿਆ ਜਾਏਗਾ। ਜਿਹੜਾ ਇਸਲਾਮ ਦੇ ਵਿੱਚ ਰਹਿ ਕੇ ਨਸ਼ੇ ਗ੍ਰਹਿਣ ਕਰਦਾ ਨਾ, ਉਹ ਸਭ ਤੋਂ ਵੱਡਾ ਪਾਪੀ ਹੈ। ਇਸਲਾਮ ਕਹਿੰਦੀ ਹੈ, ਪਰ ਇਸਲਾਮ ਦੇ ਵਿੱਚ ਵੀ ਇਹ ਨਸ਼ੇ ਪਿਆਲੇ ਪੀਤੇ ਜਾਂਦੇ ਆ। ਸਾਨੂੰ ਇਹੋ ਜਿਹੇ ਪਠਾਨ ਲੋਕ ਮਿਲੇ ਦੁਬਈ ਦੇ ਵਿੱਚ, ਜੋ ਟੋਇਲਟ ਵਿੱਚ, ਬਾਥਰੂਮ ਵਿੱਚ ਬਹਿ ਕੇ ਨਸ਼ੇ ਪਿਆਲੇ ਪੀਂਦੇ ਚੋਰੀ ਚੋਰੀ। ਜਾਂ ਫਿਰ ਸਾਡੇ ਵੱਲ ਪੰਜਾਬੀਆਂ ਕੋਲ ਆ ਜਾਂਦੇ ਆ ਰੂਮਾਂ ਵਿੱਚ, ਲੈ ਭਾਜੀ ਕੱਢੋ ਪੀਏ। ਆਪਣੇ ਸਮਾਜਵਾਦੀ ਤੋਂ ਚੋਰੀ। ਕੰਮ ਸਾਰੇ ਹੁੰਦੇ ਆ। ਇਸਲਾਮ ਵਿੱਚ ਵੀ ਨਸ਼ੇ ਪਿਆਲੇ ਪੀਤੇ ਜਾਂਦੇ ਆ, ਹੈ ਗੁਨਾਹ ਉੱਧਰ ਵੀ। ਉਹ ਦੋਸ਼ ਆਪਣੇ 'ਤੇ ਨਹੀਂ ਲੈਂਦੇ, ਦੋਸ਼ ਫਿਰ ਦੂਜੇ ਨੂੰ ਦੇਣਾ। ਹੁਣ ਸਿੱਖ ਸਮਾਜ 'ਚ ਕਿ ਨਸ਼ੇ ਪਿਆਲੇ ਨਹੀਂ ਪੀਤੇ ਜਾਂਦੇ, ਸੀਟਾਂ ਬੀੜੀਆਂ ਨਹੀਂ ਪੀਤੀ ਜਾਂਦੀਆਂ, ਸਭ ਕੁਝ ਹੁੰਦਾ, ਸਭ ਕੁਝ ਹੁੰਦਾ, ਪਰ ਦੋਸ਼ ਆਪਣੇ 'ਤੇ ਨਹੀਂ ਦੇਣਾ, ਦੋਸ਼ ਫਿਰ ਦੂਜੇ ਨੂੰ ਕਹਿੰਦੇ ਨਾ। ਕ੍ਰਿਸਚਨ ਸਮਾਜ, ਸਾਰੇ ਸਮਾਜਾਂ ਵਿੱਚ, ਸਾਰੇ ਧਰਮਾਂ ਵਿੱਚ ਇਹ ਕੰਮ ਹੁੰਦਾ ਹੈ। ਇੱਥੇ ਬਾਈਬਲ ਵਿੱਚ ਵੀ ਹਜ਼ਰਤ ਈਸਾ ਮਸੀਹ ਨੇ ਕਹਿਣਾ ਕੀਤਾ ਕਿ ਕੋਈ ਬੰਦਾ ਧਰਮੀ ਨਹੀਂ ਹੈ। ਬਾਈਬਲ 'ਚ ਕਹਿਣਾ ਕੀਤਾ ਹਜ਼ਰਤ ਈਸਾ ਮਸੀਹ ਨੇ ਕਿ ਕੋਈ ਬੰਦਾ ਧਰਮੀ ਨਹੀਂ ਹੈ। ਸਾਰਿਆਂ ਨੇ ਪਾਪ ਕੀਤੇ ਹੈ, ਗੁਨਾਹ ਕੀਤੇ ਹੈ, ਜਾਣੇ ਵਿੱਚ ਅਣਜਾਣੇ ਵਿੱਚ, ਸਾਰਿਆਂ ਨੇ ਅਵਗੁਣਾਂ ਨੂੰ ਧਾਰਨ ਕੀਤਾ ਹੈ। ਕੋਈ ਧਰਮੀ ਨਹੀਂ ਹੈ, ਕੋਈ ਵੀ ਧਰਮੀ ਨਹੀਂ ਹੈ, ਬਾਈਬਲ ਕਹਿੰਦੀ ਹੈ। ਹੁਣ ਬਦਨਾਮ ਕਿਹੜਾ ਸਮਾਜ ਹੈ? ਮੂਲ ਨਿਵਾਸੀ ਵਾਲਮੀਕੀ ਸਮਾਜ ਬਦਨਾਮ ਕੀਤਾ ਹੈ ਇਸ ਸਮਾਜ ਨੂੰ। ਜਦ ਕਿ ਸਾਡੇ ਧਰਮਾਂ ਵਿੱਚ ਨਸ਼ੇ ਪਿਆਲੇ ਕੀਤੇ, ਸਾਰੇ ਅਵਗੁਣ ਸਾਰਿਆਂ ਵਿੱਚ ਹੀ ਹੈ, ਸਾਰਿਆਂ ਵਿੱਚ ਹੀ ਅਵਗੁਣ ਹੈ। ਜਿਹਦਾ ਬ੍ਰਾਹਮਣ ਆਪਣੇ ਆਪ ਉੱਚਾ ਕਹਿੰਦਾ, ਸੁੱਚਾ ਕਹਿੰਦਾ ਹੈ, ਤਾਂ ਨਫ਼ਰਤ ਸਾਰੇ ਸਮਾਜਾਂ ਤੋਂ ਵੱਧ ਉਹਨਾਂ ਵਿੱਚ ਹੈ, ਘਿਰਨਾ ਉਹਨਾਂ ਵਿੱਚ ਹੈ, ਇੱਜ਼ਤਾਂ ਉਹਨਾਂ ਨੂੰ ਹੁੰਦੀਆਂ। ਕਿੱਦਾਂ ਬੁਰਾ ਠਹਿਰਾਇਆ ਹੈ ਵਾਲਮੀਕੀ ਸਮਾਜ ਨੂੰ, ਮੂਲ ਨਿਵਾਸੀ ਸਮਾਜ ਨੂੰ। ਕਹਿੰਦੇ ਬਾਣੀ ਨਹੀਂ ਲੈ ਕੇ ਜਾਣੀ ਜਿੱਥੇ ਸ਼ਰਾਬਾਂ ਚੱਲਦੀਆਂ, ਬੀੜੀਆਂ ਸਿਗਰਟਾਂ ਪੈਂਦੀਆਂ। ਤੁਸੀਂ ਇੱਦਾਂ ਕਰੋ ਭਾਈ, ਗੁਰੂ ਘਰ ਵਿੱਚ ਤੁਹਾਡੀ ਬਾਣੀ ਪੜ੍ਹ ਦਿੰਦੇ ਆ, ਇੱਥੇ ਭੋਗ ਪਾ ਦਿੰਦੇ ਆ, ਅਤੇ ਬਾਕੀ ਲੰਗਰ ਪ੍ਰਸ਼ਾਦੇ ਤੁਸੀਂ ਆਪਣੇ ਘਰ ਜਾ ਕੇ ਖਾ ਪੀ ਲਿਓ। ਇੱਦਾਂ ਹੀ ਹੁੰਦੀ ਹੈ ਨਾ। ਇਹ ਕੀ ਹੈ? ਇਹ ਪ੍ਰੇਮ ਦੀ ਨਿਸ਼ਾਨੀ ਹੈ ਜਾਂ ਨਫ਼ਰਤ ਕਰਨਾ ਦੀ ਨਿਸ਼ਾਨੀ ਹੈ? ਸਾਡੇ ਨਗਰ ਵਿੱਚ ਬਹੁਤ ਵਾਰੀ ਇੱਦਾਂ ਹੋਇਆ। ਬਾਣੀ ਕਿਤੇ ਪੜ੍ਹੀ ਜਾਂਦੀ ਹੈ, ਲੰਗਰ ਪ੍ਰਸ਼ਾਦੇ ਕਿਤੇ ਚੱਲਦੇ ਆ, ਫਿਰ ਘਰ ਵੀ ਨਹੀਂ ਜਾਣਾ। ਹੁਣ ਇੱਕ ਪਰਿਵਾਰ ਨੇ ਬੜਾ ਸੋਹਣਾ ਆਪਣਾ ਘਰ ਸਜਾਇਆ, ਰੰਗ ਰੋਗਨ ਕੀਤਾ, ਚਲੋ ਬਾਣੀ ਲੈ ਕੇ ਆਉਣੀ ਹੈ ਗੁਰੂਆਂ ਦੀ। ਅਤੇ ਪ੍ਰਬੰਧਕਾਂ ਨੇ ਕੀ ਕੀਤਾ? ਇੰਨਾ ਚਾਅ ਸੀ, ਸ਼ਰਧਾ ਸੀ, ਉਹਨੇ ਸ਼ਰਧਾ 'ਤੇ ਪਾਣੀ ਰੋੜ ਦਿੱਤਾ ਕਿ ਨਹੀਂ, ਤੁਹਾਡੇ ਘਰ ਵਿੱਚ ਬਾਣੀ ਨਹੀਂ ਲੈ ਕੇ ਜਾਣੀ, ਬਾਣੀ ਪੜ੍ਹਾਂਗੇ ਗੁਰੂ ਘਰ, ਬਾਕੀ ਤੁਸੀਂ ਆਪਣੇ ਘਰ 'ਚ ਜਿੱਦਾਂ ਕਰਨੇ ਕਰ ਲਿਓ।
ਇਹ ਨਫ਼ਰਤ ਦੀ ਨਿਸ਼ਾਨੀ ਹੈ, ਪ੍ਰੇਮ ਦੀ ਨਿਸ਼ਾਨੀ ਨਹੀਂ ਹੈ। ਬੰਦੇ ਨੂੰ ਵੇਖ ਕੇ ਹੀ ਮੱਤ ਨਹੀਂ ਆਉਂਦੀ। ਤੇ ਗੁਰੂਆਂ ਦੀ ਗੱਲ ਕਰ ਲਈ, ਗੁਰੂਆਂ ਦੀ ਕੋਈ ਇਹ ਗੱਲ ਹੈ ਹੀ ਨਹੀਂ ਹੈ। ਕਿਸੇ ਵੀ ਵੇਦ ਗ੍ਰੰਥ 'ਚ ਲਿਖਿਆ ਨਹੀਂ ਹੈ ਜਾਂ ਕੋਈ ਦੱਸੇ ਗੁਰੂ ਗ੍ਰੰਥ ਸਾਹਿਬ ਦੀ ਆਹ ਪੰਗਤੀ ਤੇ ਆਹ ਅੰਗ 'ਤੇ ਲਿਖਿਆ ਹੈ ਭਾਈ ਜਿਹੜਾ ਬੰਦਾ ਨਸ਼ੇੜੀ ਹੈ, ਸੀਟਾਂ ਮੱਥੀਆਂ ਪੀਂਦਾ ਹੈ, ਉਹਦੇ ਨਾਲ ਨਫ਼ਰਤ ਕਰੋ। ਨਫ਼ਰਤ ਕਰੋ ਜਿੰਨੀ ਹੋ ਸਕਦੀ ਉਹਦੇ ਨਾਲ, ਉਹ ਤੋਂ ਦੂਰ ਰਹੋ। ਨਹੀਂ ਲਿਖਿਆ। ਗੁਰੂਆਂ ਨੇ ਉਹਨਾਂ ਨਸ਼ੇੜੀਆਂ ਨੂੰ ਵੀ ਸੀਨੇ ਨਾਲ ਲਾਇਆ ਹੈ, ਉਹਨਾਂ ਮਾੜਿਆਂ ਨੂੰ ਸੀਨੇ ਨਾਲ ਲਾ ਕੇ ਗਿਆਨ ਬਖਸ਼ਿਆ ਹੈ, ਪਾਰ ਉਤਾਰ ਉਹਨਾਂ ਨਾਲ ਕੀਤਾ। ਜੇ ਇਹੋ ਜਿਹੇ ਬੰਦਿਆਂ ਨੂੰ ਸਮਝਾਉਣਾ ਨਾ ਕੀਤਾ ਜਾਵੇ, ਗੱਲ ਨਾਲ ਲਾਉਣਾ ਨਾ ਕੀਤਾ ਜਾਵੇ, ਉਹ ਬੰਦਾ ਕਿੱਦਾਂ ਬਣੇ, ਸਮਝੇ ਕਿੱਦਾਂ? ਇਹ ਤਾਂ ਬੰਦਾ ਬਣ ਹੀ ਨਹੀਂ ਸਕਦਾ। ਵੀ ਗੁਰੂਆਂ ਦੀ ਗੱਲ ਅਲੱਗ ਹੈ, ਪਰ ਪ੍ਰਬੰਧਕਾਂ ਦੀ ਗੱਲ ਜਿਹੜੀ ਉਹ ਅਲੱਗ ਹੈ। ਪ੍ਰਬੰਧਕਾਂ ਨੇ ਗੁਰੂ ਨਹੀਂ ਬਣ ਜਾਣਾ, ਜਿੰਨੇ ਮਰਜ਼ੀ ਕਹਿਣਗੇ ਅਸੀਂ ਗੁਰੂ ਬਣੇ, ਪਰ ਨਹੀਂ, ਉਹ ਗੁਰੂ ਬਣ ਨਹੀਂ ਸਕਦੇ। ਇਸ ਕਰਕੇ ਭਾਈ ਆਪਣੇ ਆਪ ਨੂੰ ਪਛਾਣੋ। ਇੱਥੇ ਇਹ ਗੱਲ ਨਹੀਂ ਕਿ ਚਲੋ ਜੇ ਬੰਦਾ ਬੀੜੀ ਸਿਗਰਟ ਪੀਂਦਾ, ਸਭਨਾ ਅੰਦਰ ਨੂਰ ਉਹਦਾ, ਜੋਤ ਉਹਦੀ ਹੈ, ਪਰ ਛੱਡ ਨਾ ਕਰੇ। ਬੰਦਾ ਇਹ ਨਾ ਕਹੇ ਲੈ ਬਾਬਾ ਜੀ ਨੇ ਕਹਿ ਦਿੱਤਾ ਕੋਈ ਬੀੜੀਆਂ ਪੀਣ ਵਾਲਾ ਵੀ ਚੰਗਾ ਬੰਦਾ ਹੈ, ਉਹਦੇ ਅੰਦਰ ਨੂਰ ਹੈ ਪਰਮਾਤਮਾ ਦਾ, ਇਹ ਰੱਜ ਕੇ ਪੀਏ, ਬੇਪਰਵਾਹ ਹੋ ਕੇ ਪੀਏ, ਇਹ ਗੱਲ ਨਹੀਂ ਹੈ। ਚਲੋ ਠੀਕ ਹੈ, ਸਰੂਰ ਵੇਖਿਆ, ਨਸ਼ਾ ਵੇਖਿਆ, ਛੱਡੋ ਹੁਣ, ਛੱਡੋ ਹੁਣ। ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਨੇ ਗੱਲ ਛੱਡਣ ਦੀ ਕੀਤੀ ਹੈ ਕਿ ਤੁਸੀਂ ਨਸ਼ੇ ਪਿਆਲੇ ਛੱਡੋ, ਸਾਡਾ ਹੁਕਮ ਹੈ। ਤੇ ਹੁਕਮ ਦੀ ਪਾਲਣਾ ਕਿੱਥੇ ਕਿੱਥੇ ਹੁੰਦੀ ਹੈ? ਕਿ ਸਿੱਖ ਸਮਾਜ ਦੇ ਹੁਕਮ, ਉਹਨਾਂ ਦੇ ਹੁਕਮ ਦੀ ਪਾਲਣਾ ਹੋ ਰਹੀ ਹੈ? ਤਾਂ ਬਿਲਕੁਲ ਨਹੀਂ ਹੋ ਰਹੀ, ਬਿਲਕੁਲ ਵੀ ਨਹੀਂ ਹੋ ਰਹੀ। ਗੁਰੂ ਗੋਬਿੰਦ ਸਿੰਘ ਕਹਿਣਾ ਕੀਤਾ, ਬੀੜੀ ਸਿਗਰਟ ਨਸ਼ੇ ਪਿਆਲੇ ਭਾਈ ਤਿਆਗ ਕਰੋ ਤੇ ਤਿਆਗੋ। ਗੁਰੂ ਗਿਆਨਨਾਥ ਮਹਾਰਾਜ ਜੀ ਬਾਣੀ ਅੰਦਰ ਸਮਝਾਉਣਾ ਕਰਦੇ ਨੇ ਕਿ ਅੱਧੀ ਰੋਟੀ ਖਾ ਲਓ, ਨਸ਼ੇ ਤਿਆਗੋ, ਬੱਚਿਆਂ ਨੂੰ ਪੜ੍ਹਾਉਣਾ ਕਰੋ, ਲਿਖਾਉਣਾ ਕਰੋ, ਨਸ਼ਿਆਂ 'ਤੇ ਧਨ ਮੂਲ ਨਾ ਖਰਚੋ, ਬੱਚੀਆਂ ਬੱਚੇ ਪੜ੍ਹਨੇ ਪਾਓ। ਉਹਨਾਂ ਕਹਿੰਦੇ ਨਸ਼ਿਆਂ 'ਤੇ ਧਨ ਮੂਲ ਨਾ ਖਰਚੋ, ਬੱਚੀਆਂ ਬੱਚੇ ਪੜ੍ਹਨੇ ਪਾਓ। ਇੱਥੇ ਉਹਨਾਂ ਨੇ ਇਹ ਨਹੀਂ ਕਿਹਾ ਕਿ ਜੋ ਨਸ਼ੇ ਕਰਦਾ ਅਸੀਂ ਉਹਦਾ ਨਫ਼ਰਤ ਕਰਦੇ ਹਾਂ, ਘਿਰਣਾ ਕਰਦੇ ਹਾਂ ਅਸੀਂ ਉਹਨਾਂ ਤੋਂ। ਉਹਨਾਂ ਸਮਝਾਉਣਾ ਕੀਤਾ ਭਾਈ ਚੀਜ਼ ਨੂੰ ਤਿਆਗੋ। ਉਹਨਾਂ ਤਿਆਗਾਂ ਦੀ ਗੱਲ ਕੀਤੀ ਹੈ, ਨਫ਼ਰਤ ਕਰਨ ਦੀ ਗੱਲ ਨਹੀਂ ਕੀਤੀ ਕਿ ਤੁਸੀਂ ਨਫ਼ਰਤ ਕਰੋ। ਗੁਰੂ ਵਾਲਮੀਕ ਮਹਾਰਾਜ ਨੇ ਸਾਨੂੰ ਬਾਣੀ ਦਿੱਤੀ ਹੈ, ਇਹਦੇ ਨਾਲ ਆਪਣੇ ਸਾਰੇ ਕਾਰਜ ਵਿਹਾਰ ਕਰੋ। ਕਿਸੇ ਅੱਗੇ ਕਿਉਂ ਝੁਕਣਾ ਹੈ, ਕਿਉਂ ਨੀਵਾਂ ਹੋਣਾ ਹੈ, ਮੁਹਤਾਜ ਕਿਉਂ ਬਣਨਾ ਹੈ? ਇੱਥੇ ਗੁਰੂ ਗਿਆਨਨਾਥ ਮਹਾਰਾਜ ਕਹਿੰਦੇ ਤੁਸੀਂ ਕਿਸੇ ਦੇ ਮੁਹਤਾਜ ਨਾ ਬਣੋ, ਕਿਸੇ ਦੇ ਮੁਹਤਾਜ ਨਾ ਬਣੋ। ਗੁਰੂਆਂ ਨੇ ਬਾਣੀ ਦਿੱਤੀ ਹੈ, ਸਾਰੇ ਕਾਰਜ ਇੱਥੇ ਕਰੋ। ਸਭ ਕੁਝ ਜਨਮ ਦੀ ਬਾਣੀ ਵੀ ਹੈ, ਬਣਨ ਦੀ ਬਾਣੀ ਵੀ ਹੈ, ਵਿਆਹ ਸੰਗਰਾਂਦਾਂ ਨੇ, ਸਾਰੀ ਬਾਣੀ ਹੈ। ਪਰ ਬੰਦਾ ਸੰਸਾਰ ਵੱਲ ਵੇਖ ਕੇ ਸਮਝੇ ਕਿ ਦੂਜਾ ਕਿੱਦਾਂ ਚੱਲਦਾ ਅਤੇ ਅਸੀਂ ਕਿੱਦਾਂ ਚੱਲਦੇ ਹਾਂ, ਵੇਖ ਕੇ ਸਮਝ ਆਉਂਦੀ ਹੈ, ਬੰਦਾ ਸਮਝੇ। ਲਾਸਟ ਵਿੱਚ ਸੰਤਾਂ ਦਾ ਇੱਕ ਸ਼ੇਰ ਹੈ, ਸੰਤਾਂ ਨੇ ਸ਼ੇਰ ਕਿਹਾ, ਆਪਾਂ ਵੀ ਸ਼ੇਰ ਕਹਿ ਦਿੰਦੇ ਹਾਂ। कहना पिता संतां ने महापुरखों ने कि मैं खाने में बैठा हर शख्स शराबी नहीं होता। मैं खाने में बैठा हर शख्स शराबी नहीं होता, मस्जिद में बैठा हर शख्स नवाजी नहीं होता। ध्यान करियो उनकी गल्लां ते कि मैं खाने में बैठा हर शख्स शराबी नहीं होता। जिदा सानू नशेड़ी कहता सी भी, बीबा ने, औरत ने, बैठे असीं जरूर सी पर इन्हां चीज़ों तो परे सी। हुण हाथ दे विच मान लो शराबी बैठे, कोई नौजवान गया, हुण की पता वो अपने बापू नूं लैण गया होवे, अपने भरा नूं लैण गया होवे, पर आ गया शराबियां विच, गिनती हो गई शराबियां विच। शायद समझाने वास्ते गया होवे भाई ये कर्म ना करो, जिदा हजरत ईसा मसीह समझाने वास्ते गए सी, और कहने वाले ने उन्होंने शराबी कहता। इस करके मैं खाने में बैठा हर शख्स शराबी नहीं होता, मस्जिद में बैठा
हर शख्स नवाजी नहीं होता। मंदिर विच गए, गुरुद्वारे गए, मस्जिद विच गए कि जिहड़ा मस्जिद विच बैठ गया कि वह नवाजी है, कि वह भगत है, कि वह सेवक है। क्योंकि सारे भगत नहीं होंगे, सारे सेवक नहीं होंगे, सारे नवाजी नहीं होंगे, बहिंदे सारे ही है, पर नवाजी कोई होता। मस्जिद में बैठा हर शख्स नवाजी नहीं होता। जिसमें दिल में ना हो प्रेम की शम्मा रोशन, जिसके दिल में ना हो प्रेम की शम्मा रोशन, उससे खुदा कभी राजी नहीं होता। बंदा कहे मैं तो भाई 24 घंटे गुरु घर रहना, मंदिर विच रहना, मस्जिद में रहना, गुरुद्वारे च रहना, मैं तो 24 घंटे। 24 घंटे गुरुद्वारे में रहने का फायदा की है, मंदिर में रहने का फायदा की 24 घंटे जे अंदर प्रेम की शमा रोशन ना हो, जो प्रेम ना बनया तो शमा रोशन होना तो प्रेम बन जाना। जो 24 घंटे गुरु घर में बहन के नाल भी वो प्रेम ना होया, शमा रोशन ना की प्रेम वाली, तो बहन का फायदा भी कोई नहीं। भावें 24 घंटे तू महीना बैठा रहा उत्थे। इस करके मस्जिद में बैठा हर शख्स नवाजी नहीं होता, जिसके दिल में ना प्रेम की शमा रोशन, उससे कभी खुदा राजी नहीं होता। जिसके अंदर प्रेम की शमा रोशन नहीं है, जो प्रेम बनया ही नहीं, क्यों प्रेम करना अलग गल है, प्रेम बन जाना अलग गल है। क्यों संत होया, गुरु होए, पीर होए है, वो प्रेम बने हैं, उन्हें किसी ने प्रेम किया नहीं है, वो प्रेम बने हैं। जो बंदा प्रेम बन जाता है तो सारे प्रेमी नज़र आते हैं, चाहे वह सिरे का नशेड़ी क्यों ना हो, सिरे का बंदा बेकारी क्यों ना हो, सिरे का शैतान बंदा क्यों ना हो, क्योंकि जो प्रेम बन जाता ना उन सारे प्रेमी ही नज़र आते हैं, अपने ही नज़र आते हैं। जो प्रेम करता है, एक ना प्रेम होंदा है, दूजे ना नफरत होंदी है। ये प्रेम करना कि मैं प्रेम करदा, मैं मुहब्बत करदा, मैं इश्क करदा। तो जो करता है वो एक ना करता है, दूसरा बंदा आ गया उसके नाल नफरत। आ मेरा दोस्त है, मेरा संगी साथी है, बड़ा प्रेमी है, मेरा बड़ा प्रेम करता है। जो कि दूजा आ गया, नहीं भाई मैं इन्हें जानता नहीं, इन्हें पछाणदा नहीं, नफरत है, करना है। पर जिहड़े प्रेम बन जाते ने वो फिर की अपना होया कि बेगाना होया, सारे ही उन्हें चंगे लगते, सारे नाल प्रेम होंदा है। सो इस करके मस्जिद में बैठा हर शख्स नवाजी नहीं होता। जिन्ना मर्जी बह मस्जिद में, जिन्ना मर्जी गुरुद्वारे बैठा रहा, 24 घंटे 12 घंटे बैठा रहा, पर जो अंदर प्रेम की शमा रोशन ना हुई, जो प्रेम ना बनया, बैठने का फायदा की है। हम लिखे आप भी बाहर पोस्टर लगे हुए हैं, दो पोस्टर लगे हुए हैं कि नशीले पदार्थ लैके अंदर आना मना है। पढ़ लो जाते बाबा कि नशीले पदार्थ का सेवन करके या नशीले पदार्थ लैके अंदर आना, गुरु घर आना मना है। उत्थे ये नहीं लिखना किया कि जिहड़ा बंदा नशे प्याले पींदा वो बंदे का आना मना है, बंदे का मना नहीं लिखिया। बंदा सवेर आवे, शामी आवे, जी सदके ही आवे, घर ही वह भगवान ही वह। पर कुछ पुराने कहते हैं अपने आप नवाजी कहने वाले, उदासी कहने वाले, धर्मी कहने वाले कि भाई बंदा नशेड़ी है, बीड़ी सिगरेट पीने वाला है, ये मंदिर ना आवे, ये गुरुद्वारे ना आवे। वो कहते हैं ये तो समझ नहीं आती फिर किहड़ा तुहाडा प्रेमी है, किहड़ा तुहाडा वैरी है। बंदा समझे पोस्टर पर लिखा है कि नशीले पदार्थ लैके अंदर नहीं आना, सेवन करके अंदर नहीं आना। उत्थे ये नहीं लिखना किया कि भाई नशे करने वाला बंदा ना अंदर आवे, बंदा आवे जी सदके आवे, मुबारक है। पदार्थ लैके ना अंदर आवे, वो सेवन करके ना अंदर आवे।
मस्जिद में बैठा आशिक से नवाजी नहीं होता। जिसके दिल में ना हो प्रेम की शमा रोशन, उससे कभी खुदा राजी नहीं होता। जे अंदर नफरत रही, अंदर रही घिरना, आ उच्चा है आ नीवा है, मंदा है चंगा है, तो कदे भी परमात्मा की प्राप्ति नहीं हो सकती। परमात्मा का प्रेम कदे मिल नहीं सकता। परमात्मा प्रेम पाने वास्ते बंदे नूं प्रेम बनना पैना है, प्रेम बनना पैना है। प्रेम करना नहीं, प्रेम बनना पैना है। प्रेम करना अलग गल है, प्रेम बनना अलग गल है। गुरु बने हैं, प्रेम बने हैं, संत बने हैं, प्रेम बने हैं। हर जीव विच उन्होंने परमात्मा ने पाना किया है, देखना किया है। नशेड़ियां ने ज्ञान बख्शिश करके, विकारी बंदियां ने, कातलों ने भी सीने लाना किया, कातलों को ज्ञान बख्शिश करके बंदे बनाना किया, इंसान बनाना किया, इंसान को भगवान बनाना किया। यहो कातल भी हुए हैं, कल्ले नशेड़ी बंदे की गल नहीं है, कातल भी हुए हैं। यहो कातलों ने भी संतां ने गल्लां लाउणा किया है, जीवन सवार दिता, सुधार दिता, पार उतारा कर दिता। क्यों? क्योंकि उन्होंने अंदर प्रेम सी, प्रेम बने हुए सी। प्रेम उन्होंने किया नहीं, प्रेम बने हुए सी। प्रेम करना अलग गल है, प्रेम बन जाना अलग गल है। सो प्रेम बनिए, प्रेम बनिए। प्रेम बनोगे तो सारे ही अपनी नज़र आउणगे, सारे ही अपनी नज़र आउणगे। सो इत्थे आपां विश्राम लैंदे हां। सो गल्लां बातां तो होर भी इस विषय पर बहुत है। सो इन्ना कहांगे भाई, नशियां तो परहेज कर लो, यही वजह तबाही दी। नशियां तो परहेज कर लो भाई, यही समाज के उपर धब्बा है, यही दाग है। इन नशियां तो अपने बच्चों को बचा लो। नशियां तो आप बचे रहोगे, धर्म तरक्की वाल है, समाज तरक्की वाल है, हर पासे सिफतां है, हर पासे वड्याइयां है। ठीक है, शुरू वेख्या है, त्याग ना करो। जे तुसीं चाहते हो अंत वेखना है तो यह अंत नहीं है। बंदे का अंत हो सकता है, पर इन्हां पदार्थों का अंत नहीं है। शुरू वेख्या है, मस्ती वेखी है, त्याग ना करो। हम मस्ती नाम ही लवो कि नाम वाली मस्ती का नाम की है। ये मस्ती है नशा मुक्का जो अकरां दे हिस्से है। इस मस्ती दियां बेपरवाहियां। सो इत्थे आपां विश्राम लैंदे हां। महाराज सारे दी हाज़री दा प्रवान करे, सब जीवां नूं अपनी बाणी नाल जोड़े, गुरु ज्ञान नाल जोड़े। अवगुणा जीवन दाता जी गुण बख्शिश करे, अज्ञानियों दाता जी ज्ञान बख्शिश करे, अंधविश्वासियों दाता जी विश्वास बख्शिश करे, तो नफरत करने वाले के मना विच प्रेम का वासा करे, प्रभु का वासा करे। जिन प्रेम कियो तिन ही प्रभु पायो।